ਸਾਡੀ ਰੰਗਲੇ ਪੰਜਾਬ ਨੂੰ ਤੈਨੂੰ ਹੁਣ ਕੈਨੇਡਾ ਚੰਗੀ ਹੋ ਗਈ। ਤੂਰ ਦੇ ਮੜਕ ਨਾਲ ਲੋਕੀ ਪਟਿਆਲਾ ਸ਼ਹਿਰ ਦੇ ਵੀ ਕਹਿੰਦੇ ਭਾਵੇਂ ਦੋ ਪੈਰ ਘੱਟ ਤੂਰੀਏ। ਮੈਨੂੰ ਤਾਂ ਰੋਗ ਲੱਗ ਗਿਆ ਇੱਕ, ਜੇ ਮੈਂ ਨਹੀਂ ਲਿਖਦਾ ਤਾਂ ਡਿਫੈਂਸ ਮਤਲਬ ਜ਼ਿਆਦਾ ਪਰੇਸ਼ਾਨੀ ਮੰਨਦਾ ਸਰੀਰ ਵੀ। ਜਦੋਂ ਲਿਖਤੇ ਫਿਰ ਕੁਝ ਰਿਲੈਕਸ ਹੋ ਜਾਂਦਾ। ਜਦੋਂ ਮੈਂ 40 ਗੀਤ ਲਿਖਦਾ ਫਿਰ ਮੈਂ ਉਦੋਂ 1.5 ਜਾਂ 2 ਬੋਤਲਾਂ ਸ਼ਰਾਬ ਦੀਆਂ ਜ਼ਰੂਰ ਪੀਂਦਾ। 1.5-2 ਬੋਤਲਾਂ ਸ਼ਰਾਬ ਦੀਆਂ, ਮਤਲਬ ਕਿ 2 ਬੋਤਲਾਂ 'ਚ ਤਾਂ 12 ਬੰਦੇ ਰੱਜ ਜਾਂਦੇ ਨੇ, ਤੁਸੀਂ ਇਕੱਲੇ ਹੀ ਪੀ ਜਾਂਦੇ ਹੋ। ਤੈਥੋਂ ਛੁੱਟਣੀ ਨਾ ਮੈਂ, ਤੈਨੂੰ ਮੈਂ ਛਿੜਾ ਲੂੰ, ਮੇਰਾ ਵੀ ਨਾਂ ਜਾਇਦਾਦ ਵੇ। ਮੇਰੇ ਪਿੰਡ ਦੇ ਲੋਕ ਮੈਨੂੰ ਚੰਗਾ ਨਹੀਂ ਸਮਝਦੇ ਹੈ, ਬਹੁਤ ਮਾੜਾ ਸਮਝਦੇ ਹੈ। ਪਤਾ ਨਹੀਂ ਕਿਉਂ, ਅਸੀਂ ਤਾਂ ਕਿਸੇ ਦਾ ਬੁਰਾ ਕਰਦੇ ਨਹੀਂ। ਹਾਂ, ਮੈਂ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਤੇ ਹਵਾਲਾਤ ਮੈਂ ਬਹੁਤ ਤੰਗ ਕੱਟੀ। ਤੇ ਹੌਲੀ ਹੌਲੀ ਜਦ ਮੈਂ ਪਹਿਲੀ ਛੁੱਟੀ ਕੱਟ ਕੇ ਗਿਆ ਤੇ ਉਹ ਕਿਸੇ ਬੰਦੇ ਨੇ, ਮੁਨਸ਼ੀ ਨੇ ਕਿਹਾ ਵੀ ਇਹ ਬੰਦਾ 35-40 ਗੀਤ ਲਿਖਦਾ ਹਰ ਰੋਜ਼। ਤੇ ਇਹ ਗੱਲ ਬਹੁਤ ਵੱਡੀ ਆ। ਪੁਲਿਸ ਕਹਿੰਦੀ ਵੀ ਇਹ ਹੋ ਸਕਦਾ ਵੀ 35-40 ਗੀਤ ਕੋਈ ਹਰ ਰੋਜ਼ ਲਿਖ ਦੂਗਾ। ਗੀਤ ਤਾਂ ਇੱਕ ਨਹੀਂ ਲਿਖ ਸਕਦਾ। ਜਿਹੜਾ ਬੰਦਾ 40 ਗੀਤ ਲਿਖਦਾ ਹੈ ਉਹ ਇਹਨਾਂ ਪਾਗਲ ਲੋਕਾਂ ਨਾਲ ਲੜੂਗਾ ਥੋੜਾ। ਮੈਂ ਆਹ ਦੇਖੋ ਜੀ, ਮੇਰੇ 3 ਪੈਨ ਟੰਗੇ ਨੇ, ਮੈਂ ਕਲਮ ਤੇ ਵੀ ਗੀਤ ਲਿਖਿਆ ਵੀ ਮੈਂ ਇਹ ਲੋਕਾਂ ਨੇ ਮੈਨੂੰ ਸੈਂਟਰ ਜੇਲ੍ਹ ਬਠਿੰਡਾ ਫਸਾਇਆ। ਕਈ ਐਸੇ ਸੱਜਣ ਸੁਰਜੀਤ ਸੱਜਣ ਵਰਗੇ ਜਿਹੜੇ ਲੈ ਗਏ ਕੈਲੀਗਰੀ ਦੀਆਂ ਸਰਕਾਰਾਂ ਨੀ। ਭਾਗਾਂ ਵਾਲੇ ਸੱਜਣਿਓ ਜਿਹੜੇ ਸਾਹਮਣੇ ਮੌਕੇ ਨੀ। ਦੇਖੋ ਜੀ, ਪਿਓ ਮੇਰਾ ਅਮਲੀ ਸੀ, ਮਾਂ ਮੇਰੀ ਕਮਲੀ ਹੈ, ਭੈਣ ਭਰਾ ਮੇਰੀ ਕਿਸੇ ਨਾਲ ਕੋਈ ਲਾਗਾ ਦੇਗੇ ਨਹੀਂ ਹੈਗਾ। ਹੋ ਮੈਂ ਨਹੀਂ ਪਾਉਂਦਾ ਪੰਗੜਾ, ਹੋ ਮੈਂ ਨਾ ਪਾਵਾਂ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ। ਜੇ ਪੀ ਲੈ ਮੈਂ ਕੁੱਟ ਸ਼ਾਮਾਂ ਨੂੰ, ਅੱਗ ਲੱਗੜੀ ਉਹ ਸੋਹਣਿਆਂ ਨੂੰ ਚਾਹੁੰਦੀ ਆ। ਹੋ ਮੈਂ ਨਹੀਂ ਪਾਉਂਦਾ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ। ਜੇ ਮਿੱਟੀ ਨਾ ਹੁੰਦੀ ਇਹ ਜੱਗ ਰਚਿਆ ਨਹੀਂ ਸੀ ਜਾਣਾ। ਸੰਗ ਮੌਜੂਦਾ ਬੋਰੀ ਮਿੱਟੀ ਫੇਰ ਹੋਇਆ ਸੀ ਮੂਰਖ ਬੰਦਿਆ ਵੇ ਤੇਰਾ ਜੱਗ ਵਿੱਚ ਆਣਾ। ਜੇ ਮਿੱਟੀ ਨਾ ਹੁੰਦੀ ਇਹ ਜੱਗ ਰਚਿਆ ਨਹੀਂ ਸੀ ਜਾਣਾ। ਅਨੇਕਾਂ ਰੰਗੀ ਭਰੇ ਕੁਦਰਤ ਨੇ ਨਾ ਮਿੱਟੀ ਨੂੰ, ਜਿੰਨਾ ਰੰਗਾਂ ਵਿੱਚ ਬਣਿਆ ਹੋਇਆ ਤੇਰਾ ਕੀਮਤੀ ਖਾਣਾ। ਜੇ ਮਿੱਟੀ ਨਾ ਹੁੰਦੀ ਇਹ ਜੱਗ ਰਚਿਆ ਨਹੀਂ ਸੀ ਜਾਣਾ। ਮਿੱਟੀ ਸੰਗ ਹੀ ਮਿੱਟੀ ਦੇ ਭੌਰੇ ਤਾਂ ਆਊਗਾ, ਬਿਨ ਹੁਕਮ ਡਾਡੇ ਨਰਕਾਂ ਵਿੱਚ ਕਰ ਲਾਊਗਾ। ਤੇ ਜਦ ਮਿੱਟੀ ਨੇ ਮਿੱਟੀ ਜੰਮੀ ਤੇ ਵੇਖ ਲੂ ਜਗ ਨਵਾਣਾ। ਜੇ ਮਿੱਟੀ ਨਾ ਹੁੰਦੀ ਇਹ ਜਗ ਰਚਿਆ ਨਹੀਂ ਸੀ ਜਾਣਾ। ਇਹ ਤਾਂ ਵਿੱਚ ਮੈਂ ਕਦਰਾਂ ਲਿਖਿਆ ਤੇਰੇ, ਤੇ ਕਿੱਥੇ ਖੁੱਲਣੀ ਗਏ ਸ਼ੇਰੇ, ਤੇ ਕਿਹੜੇ ਬੂਹੇ ਜਾ ਰੰਗ ਤੂੰ ਲਾਣਾ। ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ। ਅੱਜ ਤੁਹਾਨੂੰ ਅਜੀ ਸ਼ਖਸੀਅਤ ਦੇ ਨਾਲ ਰੂਬਰੂ ਕਰਵਾਵਾਂਗਾ ਜਿਸ ਨੂੰ ਗੀਤ ਲਿਖਣ ਦਾ ਵੀ ਸ਼ੌਂਕ ਹੈ ਤੇ ਗਾਉਣ ਦਾ ਵੀ ਸ਼ੌਂਕ ਹੈ। ਵੱਡੀ ਗੱਲ ਇਹ ਹੈ ਕਿ ਉਹ ਬਹੁਤ ਸਾਰੇ ਕਲਾਕਾਰਾਂ ਦੀਆਂ ਆਵਾਜ਼ਾਂ ਵੀ ਕੱਢਦਾ ਹੈ। ਉਸ ਦਾ ਟੈਲੈਂਟ ਕਾਫੀ ਲੋਕਾਂ ਤੱਕ ਅੱਜ ਪਹੁੰਚਾਵਾਂਗੇ, ਕਿਉਂਕਿ ਉਹ ਪੁੱਛੋਂ ਦੇ ਸਿਮਾ ਦੇ ਵਿੱਚ ਰਹਿੰਦੇ ਨੇ, ਇੱਕ ਛੋਟੀ ਜਿਹੀ ਥਾਂ ਤੇ, ਪਰ ਉਹਨਾਂ ਦਾ ਟੈਲੈਂਟ ਹਾਲੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਨਹੀਂ ਹੈ। ਉਸ ਟੈਲੈਂਟ ਦੇ ਰੂਬਰੂ ਤੁਹਾਨੂੰ ਕਰਾਵਾਂਗੇ। ਉਹਨਾਂ ਦਾ ਨਾਮ ਹੈ ਚਮਕੌਰ ਸਿੱਧੂ। ਸਿੱਧੂ ਸਾਹਿਬ, ਹਮਦਰਦ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਮਹਾਰਾਜ, ਤੁਹਾਡਾ ਜੀ ਆਇਆਂ ਜੀ। ਤੁਹਾਨੂੰ ਹਮਦਰਦ ਟੀਵੀ ਜੀ ਆਇਆਂ। ਜੀ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਉਂਕਿ ਅਸੀਂ ਇੱਥੇ ਨਵੇਂ ਆਏ ਹਾਂ ਤੇ ਜਿਹੜੀ ਜਗ੍ਹਾ ਹੈਗੀ ਹੈ ਸਿਮਾ, ਇਹ ਕਸਬਾ ਪਿੰਡ ਕੀ ਹੈਗਾ ਹੈ? ਇਹ ਸਰ ਪਿੰਡ ਸੇਮਾ ਕਲਾਂ ਡੇਰਾ ਰੂਮੀ ਸਾਹਿਬ ਹੈ। ਸੇਮਾ ਕਲਾਂ ਡੇਰਾ ਰੂਮੀ ਸਾਹਿਬ
ਜੀ ਜੀ। ਇਹ ਸੇਮਾ ਪਿੰਡ ਆ ਜੀ। ਮੈਂ ਤੁਸੀਂ ਸੇਮਾ ਪਿੰਡ ਦੇ ਵਿੱਚ ਰਹਿੰਦੇ ਹੋ, ਪੁੱਚੋ ਤੋਂ ਅੱਗੋਂ ਬਠਿੰਡਾ ਦੇ ਵਿੱਚ ਹੈ? ਹਾਂਜੀ ਹਾਂਜੀ, ਜ਼ਿਲ੍ਹਾ ਬਠਿੰਡਾ, ਤਹਿਸੀਲ ਥਾਣਾ ਦਾ। ਠੀਕ ਹੈ ਠੀਕ ਹੈ। ਪਿੰਡ ਸੇਮਾ ਕਲਾ ਮੇਰਾ, ਪੁੱਚ ਡੇਰਾ ਰੂਮੀ ਸਾਹਿਬ ਸੇਮਾ ਦਾ, ਅੱਗੇ ਪੁੱਚੋ ਸਾਹਿਬ ਦਾ ਡੇਰਾ ਰੂਮੀ ਸਾਹਿਬ। ਸੋ ਜਿੱਦਾਂ ਸਾਨੂੰ ਪਤਾ ਲੱਗਿਆ ਕਿ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਹੈ ਤੇ ਗਾਉਣ ਦਾ ਵੀ ਸ਼ੌਂਕ ਹੈ ਤੁਹਾਨੂੰ, ਤੇ ਤੁਸੀਂ ਕਲਾਕਾਰਾਂ ਦੀਆਂ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵੀ ਕੱਢਦੇ ਹੋ। ਕਿੰਨੇ ਕੁ ਕਲਾਕਾਰਾਂ ਦੀ ਤੁਸੀਂ ਆਵਾਜ਼ਾਂ ਕੱਢ ਦਿੰਦੇ ਹੋ? ਬਾਜਾਂ ਮੈਂ 5-6 ਕਲਾਕਾਰ ਦੀਆਂ ਕੱਢ ਦਿੰਦਾ ਜੀ। ਤੇ ਗੀਤ ਜਿਹੜੇ ਮੈਂ ਲਿਖਦਾ ਹਰ 24 ਘੰਟੇ ਦੌਰਾਨ, ਜੇ ਮੈਂ ਲਿਖਣ ਲੱਗ ਜਾ ਰੋਜ਼, ਜੇ ਖਰਚਾ ਪੱਠਾ ਮਿਲਦਾ ਰਵੇ ਤਾਂ ਮੈਂ 40 ਗੀਤ ਲਿਖਦਾ। ਜੇ ਕਈ ਵਾਰੀ ਖਰਚੇ ਦੀ ਪ੍ਰੋਬਲਮ ਆਉਂਦੀ ਹੈ ਫਿਰ ਮੈਂ ਬਿਲਕੁਲ ਹੀ ਨਹੀਂ ਲਿਖਦਾ, 2-4 ਗੀਤ ਜਾਂ 5-7 ਗੀਤ ਲਿਖ ਦਾਂਗਾ, ਬੰਦ ਕਰ ਦਿੰਦਾ। ਕਿਉਂਕਿ ਮੈਨੂੰ ਗੀਤ ਲਿਖਦੇ ਨੂੰ 23 ਸਾਲ ਹੋ ਗਏ ਨਾ, ਮੇਰਾ ਲੱਖਾਂ ਗੀਤ ਲਿਖਿਆ ਪਿਆ, ਵੀ ਮੈਂ ਇੰਨੇ ਕਲਾਕਾਰ ਕਿੱਥੋਂ ਲੈ ਕੇ ਆਉਂਗਾ। ਕਲਾਕਾਰ ਤਾਂ ਮੈਂ ਵੀ ਕਰ ਦਾਂਗਾ। ਅਜੇ ਲੋਕਾਂ ਨੇ ਚੱਕਿਆ ਨਹੀਂ ਨਾ ਹੈਗਾ, ਲੋਕਾਂ ਨੇ ਮੈਂ ਨਹੀਂ ਧਿਆਨ ਚ ਹੈਗਾ, ਨਾ ਹੀ ਮੈਂ ਗੀਤਕਾਰੀ ਦਿਖਾਈ ਹੈ ਜੇ ਖੁੱਲ੍ਹ ਕੇ ਕਿਸੇ ਨੂੰ। ਅੱਛਾ ਜੀ। ਗੀਤ ਤਾਂ ਮੇਰੀ ਲਿਖਣ ਦੀ ਸਪੀਡ ਹੈ, 40 ਗੀਤ ਹਰ ਰੋਜ਼ 40 ਗੀਤ ਲਿਖ ਲੈਂਦੇ ਤੁਸੀਂ? 40 ਗੀਤ ਆਪਣੇ ਆਪ ਦੇ, ਮੈਨੂੰ ਲੱਗਦਾ ਕਿ ਇੱਕ ਕਾਪੀ ਪੂਰੀ ਭਰੀ ਜਾਂਦੀ ਗੀਤਾਂ ਨਾਲ। ਹਾਂਜੀ 40 ਗੀਤ, ਮਤਲਬ ਜਾਣੀ ਕਿ ਰਜਿਸਟਰ 60-70 ਤੋਂ ਚੜ੍ਹ ਜਾਂਦੇ ਆ। ਜੇ ਕਈ ਵਾਰੀ ਕੋਈ ਇਦਾਂ ਵੀ ਕਰਦਾ, ਵੀ ਕਈ ਵਾਰੀ ਲੋਕੀ ਇਦਾਂ ਕਹਿੰਦੇ ਆ ਕਿ ਇਹਦਾ ਦਿਮਾਗ ਤੇ ਲੋੜ ਹੈ, ਮੈਂ ਇਹਨਾਂ ਨੂੰ ਸੋਚਦਾ ਵੀ ਯਾਰ ਇਹ ਬੰਦਿਆਂ ਨੇ ਰੋਸ਼ਨੀ ਨਹੀਂ ਦੇਖੀ ਹੋਣੀ ਸ਼ਾਇਦ, ਜਿਹੜੇ ਮੈਨੂੰ ਕਹਿੰਦੇ ਆ, ਜਿਹੜੇ ਮੈਨੂੰ ਲੋਕੀ ਲੋੜ ਕਹਿੰਦੇ ਇਹਨਾਂ ਨੇ ਸ਼ਾਇਦ ਰੋਸ਼ਨੀ ਦੇਖੀ ਨਹੀਂ ਹੋਣੀ, ਇਹ ਹਨੇਰੇ 'ਚ ਹੀ ਫਿਰਦੇ ਨੇ। ਜਿਹੜਾ ਬੰਦਾ 40 ਗੀਤ ਲਿਖਦਾ ਹੈ ਉਹ ਇਹਨਾਂ ਪਾਗਲ ਲੋਕਾਂ ਨਾਲ ਲੜੂਗਾ ਥੋੜਾ। ਮੈਂ ਆਹ ਦੇਖੋ ਜੀ, ਮੇਰੇ 3 ਪੈਨ ਟੰਗੇ ਨੇ, ਮੈਂ ਕਲਮ ਤੇ ਵੀ ਗੀਤ ਲਿਖਿਆ ਵੀ ਮੈਂ ਇਹ ਲੋਕਾਂ ਨੇ ਮੈਨੂੰ ਸੈਂਟਰ ਜੇਲ੍ਹ ਬਠਿੰਡਾ ਫਸਾਇਆ, ਤੇ ਜੀ ਤਾਂ ਮੇਰਾ ਵੀ ਕਰਦਾ ਇਹਨਾਂ ਨੂੰ ਮੈਂ ਇੱਥੇ ਖੜਾ ਅੰਦਰ ਟਪਾ ਦਿਆਂ, ਇੰਨਾ ਦਿਮਾਗ ਆ ਮੇਰਾ। ਇਹ ਮੈਨੂੰ ਪਾਗਲ ਕਹਿੰਦੇ ਆ, ਮੈਂ ਇਹਨਾਂ ਕਿਹਦੇ ਨਾਲ ਲੜਾਂ? ਜੇ ਇੱਕ ਕੁੱਤੇ ਮਗਰ 20 ਕੁੱਤੇ ਪੈ ਜਾਣ ਤਾਂ ਕੀ ਕਰੂਗਾ ਉਹ? ਇਹ ਵਾਲੇ ਨੇ ਮੇਰੇ ਰਿਸ਼ਤੇਦਾਰ ਜਾਂ ਮੇਰੇ ਘਰ ਦੇ ਮੈਂਬਰ ਨੇ ਜਿਹੜੇ ਪੜ੍ਹੇ ਲਿਖੇ ਵੀ ਅਨਪੜ੍ਹ ਨੇ, ਉਹਨਾਂ ਨੂੰ ਪਤਾ ਨਹੀਂ ਇਸ ਲੈਣ ਕੀ ਹੈ। ਲੋਕਾਂ ਨੇ, ਰਿਸ਼ਤੇਦਾਰਾਂ ਨੇ, ਸਕਿਆਂ ਨੇ ਕਹਿੰਦੇ ਇਹਦਾ ਬੰਦੇ ਦੇ ਦਿਮਾਗ ਕੀ ਅਪਸੈਟ ਆ, ਤੁਸੀਂ ਇਹ ਤੋਂ ਕੀ ਲੈਣਾ? ਉਹ ਦਿੰਦੇ ਹੀ ਕੁਝ ਨਹੀਂ। ਨਹੀਂ, ਤੁਸੀਂ ਇੰਨੇ 40 ਗੀਤ ਜੇ ਤੁਸੀਂ ਡੇਲੀ ਲਿਖਦੇ ਹੋ, ਬੜੇ ਦਿਮਾਗ ਚਾਹੀਦਾ ਹੈ, ਵੱਖ-ਵੱਖ ਆਈਡੀਆਜ਼ ਚਾਹੀਦੇ ਨੇ ਗੀਤ ਲਿਖਣ ਲਈ। ਕਿੰਨੇ ਸ਼ਬਦਾਂ ਦੀ ਲੋੜ ਪੈਂਦੀ ਹੈ ਗੀਤ ਲਿਖਣ ਦੇ ਲਈ, ਤੇ ਇੰਨੇ ਸ਼ਬਦ ਤੁਸੀਂ ਜਿਹੜੇ ਆਈਡੀਆ ਲੈਂਦੇ ਹੋ, ਕਿੱਥੋਂ ਆਈਡੀਆ ਲੈਂਦੇ ਹੋ? 40 ਗੀਤ। ਦੇਖੋ ਜੀ, ਮੇਰੇ 2 ਪੇਪਰ ਲੱਗਿਆ ਅਖਬਾਰ, ਇੱਕ ਅਜੀਤ, ਇੱਕ ਪਹਿਰੇਦਾਰ। ਨੰਬਰ 2 ਜਿੰਨੇ ਵੀ ਆਪਣੇ ਮੋਬਾਈਲ ਦੇ ਵਿੱਚ YouTube ਤੇ ਕਹਾਣੀਆਂ ਆਉਂਦੀਆਂ ਨੇ, ਕੋਈ ਦੁਖੀ ਜਾਂ ਕੋਈ ਸੁਖੀ, ਜਾਂ ਅੱਜ ਦੀ ਬੀਤੀ ਜਾਂ ਕੱਲ੍ਹ ਦੀ ਬੀਤੀ, ਜਾਂ ਕੋਈ ਪਿੱਛੇ ਦੀ ਬੀਤੀ, ਉਹ ਕਹਾਣੀਆਂ ਸੁਣਦਾ। ਜਿਵੇਂ ਕੈਨੇਡਾ ਦਾ ਗੀਤ ਲਿਖਿਆ ਮੈਂ ਹੁਣ ਪਿੱਛੇ ਜਿਹੜਾ ਹੁਣੇ ਲਿਖਿਆ ਸੀ ਪਰਸੋਂ, ਉਹ ਉੱਥੋਂ ਦੇ ਬਜ਼ੁਰਗਾਂ ਦੀ ਗੱਲ ਸੀ ਵੀ ਤੁਹਾਨੂੰ ਕੈਨੇਡਾ ਕਿੱਦਾਂ ਲੱਗੀ। ਉਹ ਚੱਲ ਰਿਹਾ ਸੀਗਾ ਉਧਰ ਚੈਨਲ ਤੇ। ਜੀ। ਉਹ ਕਹਿ ਰਹੇ ਸੀ ਸਾਨੂੰ ਵਧੀਆ ਲੱਗੀ ਇੱਥੇ, ਕੋਈ ਕਹਿ ਰਿਹਾ ਵਧੀਆ ਨਹੀਂ ਲੱਗਦੀ, ਇੰਡੀਆ ਵਧੀਆ, ਕੋਈ ਕਹਿ ਰਿਹਾ ਸਾਡਾ ਇੰਡੀਆ ਨੂੰ ਜੀ ਨਹੀਂ ਕਰਦਾ। ਫਿਰ ਮੈਂ ਉੱਥੇ ਉਹ ਗੀਤ ਲਿਖਿਆ ਕੈਨੇਡਾ ਤੇ। ਉਹ 2 ਬੋਲ ਸੁਣਾਓਗੇ ਸਾਡੇ ਦਰਸ਼ਕਾਂ ਨੂੰ? ਹਾਂਜੀ। ਛੱਡ ਰੰਗਲੇ ਪੰਜਾਬ ਨੂੰ, ਛੱਡ ਰੰਗਲੇ ਪੰਜਾਬ ਨੂੰ, ਤੈਨੂੰ ਹੁਣ ਕੈਨੇਡਾ ਚੰਗੀ ਹੋ ਗਈ। ਭੁੱਲ ਵਤਨਾਂ ਦੀ ਮਿੱਟੀ, ਬੇਮਾਂ ਬੋਲੀ ਤੇਰੇ ਮੁਖ ਤੋਂ ਹੀ ਖੋ ਗਈ। ਛੱਡ ਰੰਗਲੇ ਪੰਜਾਬ ਨੂੰ, ਵੇ ਕੈਨੇਡਾ ਤੈਨੂੰ ਹੁਣ ਚੰਗੀ ਹੋ ਗਈ। ਭੁੱਲ ਗਿਆ ਦਵਾਈ ਆਜ਼ਾਦੀ ਭਗਤ ਸਿੰਘ ਨੂੰ, ਹੁਣ ਦੱਸੇ ਰਾਜਾ ਤੂੰ ਪੰਜਾਬੀ ਵਾਲਾ, ਵਿੱਚ ਅੰਗਰੇਜ਼ੀ ਹਾਏ ਕਿੰਗ ਨੂੰ। ਕਦੇ ਆਖੇ ਜਾਣਾ ਇੰਡੀਆ ਮੈਂ ਚੱਟ ਬਿੰਦ ਨੂੰ, ਕਿਉਂ ਤੇਰਾ ਮੋਹ ਇੰਨਾ ਮਿੱਟੀ ਗੋਰਿਆਂ ਦੀ ਖੋ ਗਈ। ਛੱਡ ਰੰਗਲੇ ਪੰਜਾਬ ਨੂੰ, ਵੇ ਕੈਨੇਡਾ ਤੈਨੂੰ ਚੰਗੀ ਹੋ ਗਈ। ਸਾਡੇ ਗੁਰੂ ਸਾਹਿਬਾਨਾਂ ਨੇ ਵਸਾਇਆ, ਸਾਡੇ ਗੁਰੂ ਸਾਹਿਬਾਨਾਂ ਨੇ ਵਸਾਇਆ, ਜਿਹਨੂੰ ਕਹਿੰਦੇ ਲੋਕੀ 5 ਪਾਣੀਆਂ ਦੀ ਆਬ ਵੇ, 5 ਪਾਣੀਆਂ ਦੀ ਆਬ ਵੇ। ਭਾਵੇਂ ਲੱਖ ਤੂੰ ਕੈਨੇਡਾ ਵਸੇ, ਭਾਰੀ ਭੁੱਲਦਾ ਨਾ ਦਿਲ ਵਿੱਚੋਂ, ਹਾਏ ਰੰਗਲਾ ਪੰਜਾਬ ਵੇ,
ਹਾਏ ਰੰਗਲਾ ਪੰਜਾਬ ਵੇ ਕਾਰੀ ਚੇਤੇ ਪਿੰਡੀ ਦੀਆਂ ਜੂਹਾਂ ਵਿਛੜੀਆਂ ਰੂਹਾਂ ਅੱਖ ਤੇਰੀ ਅਥਰੂ ਚੋਗੀ ਅੱਖ ਤੇਰੀ ਅਥਰੂ ਚੋਗੀ ਛਾਡੀ ਰੰਗਲੇ ਪੰਜਾਬ ਨੂੰ ਵੇ ਕਨੇਡਾ ਤੈਨੂੰ ਚੰਗੀ ਹੋ ਗਈ ਮੰਨ ਗੱਲ ਮੇਰੀ ਵੇ ਚਮਕੌਰ ਸਿੱਧੂਆ ਮੁੜ ਚੱਲ ਸੇਮੇ ਪਿੰਡ ਨੂੰ ਕਿਉਂ ਨਹੀਂ ਪਿੱਛਾ ਵੇ ਤੂੰ ਦਿੰਦਾ ਵਿਦੇਸ਼ਾਂ ਵਾਲੀ ਹਿੰਡ ਨੂੰ ਕਿਉਂ ਨਹੀਂ ਪਿੱਛਾ ਵੇ ਤੂੰ ਦਿੰਦਾ ਵਿਦੇਸ਼ਾਂ ਵਾਲੀ ਹਿੰਡ ਨੂੰ ਆਇਆ ਸੀ ਵੇ ਕੱਲ ਫੋਨ ਮੈਨੂੰ ਬੁੱਢੜੀ ਦਾ ਮੈਨੂੰ ਤਾਂ ਗਾਵਾਂ ਚਿੜਵੋਗੀ ਮੈਨੂੰ ਤਾਂ ਗਾਵਾਂ ਚਿੜਵੋਗੀ ਛਾਡੀ ਰੰਗਲੇ ਪੰਜਾਬ ਨੂੰ ਵੇ ਕਨੇਡਾ ਤੈਨੂੰ ਚੰਗੀ ਹੋ ਗਈ ਛਾਡੀ ਰੰਗਲੇ ਪੰਜਾਬ ਨੂੰ ਛਾਡੀ ਰੰਗਲੇ ਪੰਜਾਬ ਨੂੰ ਕਿਆ ਬਾਤ ਹੈ, ਬਹੁਤ ਵਧੀਆ ਤੁਸੀਂ ਲਿਖਿਆ ਭਾਜੀ, ਬਹੁਤ ਵਧੀਆ ਲੱਗਿਆ, ਖੂਬਸੂਰਤ ਗੀਤ ਲਿਖਿਆ। ਔਰ ਇੱਕ ਤਰੀਕੇ ਨਾਲ ਜਿਹੜੇ ਪੰਜਾਬ ਤੋਂ ਬਾਹਰ ਗਏ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਮੈਸੇਜ ਵੀ ਹੈਗਾ ਕਿ ਜਿਹੜਾ ਸਾਡਾ ਗੁਰੂਆਂ ਦੀ ਧਰਤੀ ਹੈਗੀ ਹੈ, ਸਾਡੇ ਜਿੱਥੇ ਅਸੀਂ ਵਸਿਆ ਪੰਜਾਬ 5 ਦਰਿਆਵਾਂ ਦੀ ਧਰਤੀ, ਤੇ ਅੱਜ ਉਸ ਤੋਂ ਦੂਰ ਜਾ ਕੇ ਲੋਕ ਕੈਨੇਡਾ ਨੂੰ ਪਸੰਦ ਕਰਨ ਲੱਗੇ ਨੇ, ਕੈਨੇਡਾ ਦੀ ਤਾਰੀਫਾਂ ਵੀ ਕਰਦੇ ਨੇ। ਪਰ ਉਹਦੇ ਕਈ ਕਾਰਨ ਵੀ ਤਾਂ ਹੈਗੇ ਨੇ, ਕਿਉਂਕਿ ਤੁਸੀਂ ਖੁਦ ਦੱਸਿਆ ਕਿ ਜਿਵੇਂ ਇੱਥੋਂ ਦੇ ਪਿੰਡ ਦੇ ਲੋਕ ਨੇ ਉਹ ਤੁਹਾਡੀ ਕਲਾ ਦੀ ਕਦਰ ਨਹੀਂ ਕਰਦੇ, ਮੁੱਲ ਨਹੀਂ ਪਾਉਂਦੇ, ਤੇ ਫਿਰ ਲੋਕ ਆਪਣੇ ਆਪ ਹੀ ਕੈਨੇਡਾ ਵੱਲ ਜਾਣਗੇ ਜੇ ਇੱਥੇ ਸਾਡੀ ਕਲਾ ਦੀ ਕਦਰ ਹੀ ਨਹੀਂ ਪਊਗੀ, ਮੁੱਲ ਨਹੀਂ ਪਊਗਾ। ਤੇ ਇਸ ਬਾਰੇ ਵੀ ਤੁਸੀਂ ਕਦੇ ਵਿਚਾਰ ਕੀਤਾ? ਗੱਲ ਇਹ ਹੈ ਜੀ ਵੀ ਲੋਕੀ ਕਲਾ ਇੱਥੇ ਹੀ ਨਹੀਂ, ਵੀ ਮੈਂ ਤੁਹਾਨੂੰ ਸ਼ੇਅਰ ਸੁਣਾਉਣਾ ਹੈ। ਮਨ ਟੁੱਟਦਾ ਤੇ ਦਿਲ ਦੁਖਦਾ ਜਦ ਤਰੱਕੀ ਕੋਈ ਕਰ ਜਾਂਦਾ, ਉਸ ਵੇਲੇ ਤੂੰ ਕਿਉਂ ਖੁਸ਼ ਹੁੰਦਾ ਜਦ ਕੋਈ ਜੇਤੀਬਾਜੀ ਹਾਰ ਜਾਂਦਾ। ਇਹ ਲੋਕ ਖੁਸ਼ੀ ਚਾਹੁੰਦੇ ਨਹੀਂ ਮਹਾਰਾਜ, ਇਹ ਕਹਿੰਦੇ ਆ ਵੀ ਬੰਦਾ ਭੁੱਖਾ ਤੁਰਿਆ ਫਿਰੇ। ਮੈਂ ਕਿਹੜਾ ਦੇਖੋ ਜੀ, ਮੈਂ ਕਦੇ ਕਿਸੇ ਮੂਹਰੇ ਹੱਥ ਤੱਕ ਕੱਢਿਆ ਹੀ ਨਹੀਂ ਵੀ ਮੈਨੂੰ ਕੁਝ ਦੇ ਦਿਓ। ਮੈਨੂੰ ਤਾਂ ਲੋਕੀ ਉਹੀ ਨਹੀਂ ਜਾਣ ਦਿੰਦੇ ਵੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦੇ ਨੇ। ਮੈਂ ਕਦੇ ਨਹੀਂ ਮੈਂ ਫਾਲਤੂ ਕਿਸੇ ਨਾਲ ਬੋਲਦਾ ਵੀ ਨਹੀਂ, ਤੇ ਮੈਂ ਕਿਸੇ ਬਾਹਰ ਅੰਦਰ ਵੀ ਨਹੀਂ ਜਾਂਦਾ। ਸਿਰਫ ਤੋਂ ਸਿਰਫ ਡੇਰਾ ਰੂਮੀ ਸਾਹਿਬ ਭੁੱਚੋ ਕਲਾਂ ਮੈਂ ਲੰਗਰ ਦੀ ਸੇਵਾ ਕਰ ਦਾਂਗਾ। 2 ਤੋਂ 6 4 ਡਿਊਟੀ ਨਿਭਾਉਣਾਗਾ ਮੈਂ ਜੀ। ਲੰਗਰ ਦੀ ਡਿਊਟੀ ਨਿਭਾਉਣਾ ਹੈ। ਪਸ਼ੂ ਡੰਗਰ ਸਾਹਿਬ ਦਾ ਮੇਰੀਆਂ ਹੁਣ ਗਾਈਆਂ ਸੀਗੀਆਂ ਬਹੁਤ ਲੱਖ ਰੁਪਏ ਦੀਆਂ, ਉਹ ਵੀ ਮਰ ਗਈਆਂ। ਮੈਂ ਸਤਿਗੁਰ ਖਬਰ ਕਿਉਂ ਇੰਨਾ ਖਿਲਾਫ ਹੋ ਗਿਆ। ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਸੈਂਟਰ ਜੇਲ੍ਹ ਬਠਿੰਡਾ 7 ਸਾਲ ਲਾਏ। ਫਿਰ ਉਸ ਤੋਂ ਬਾਅਦ ਮੈਂ 4 ਸਾਲ ਮੇਰਾ ਬਲੱਡ ਉੱਡ ਗਿਆ। ਮੇਰੇ ਜਟਾ ਤੁਹਾਨੂੰ ਦੱਸਿਆ ਸੀ ਨਾ, ਜਟਾ ਮੇਰੇ ਮੈਂ ਜਟਾ ਕੱਟ ਬੈਠਾ। ਮੇਰੇ ਹੁਣ ਵੀ ਪੱਗ ਅੱਜ ਬਹੁਤ ਔਖੀ ਬੰਨੀ ਹੈ, ਵੱਜਦੀ ਨਹੀਂ ਪੱਗ, ਜਟਾ ਹੈ ਬਾਲੀਆਂ ਭਾਰੀ ਜਟਾ ਸੀ। ਮੈਂ ਕੱਟ ਬੈਠਾ ਤੇ ਮੇਰਾ ਬਲੱਡ ਉੱਡ ਗਿਆ ਸਾਰਾ। ਮੈਂ 4 ਸਾਲ ਮੰਜੇ 'ਚ ਰਿਹਾ, ਬਹੁਤ ਤੰਗੀ ਕੱਟੀ। 4.538 ਇੰਨਾ ਬਲੱਡ ਰਿਹਾ। ਤੇ ਮੈਂ 2019 ਦੇ ਵਿੱਚ ਸਹੀ ਹੋਇਆ। ਮੇਰਾ 1,90,000 ਰੁਪਇਆ ਹੁਣ ਲੱਗ ਗਿਆ, ਤੇ 32 ਲੱਖ ਰੁਪਇਆ ਮੇਰੇ ਮੁਕੱਦਮੇ ਤੇ ਲੱਗ ਗਿਆ ਸੀਗਾ। ਤੇ ਹੁਣ ਮੈਂ ਸਰੀਰ ਪੱਖੋਂ ਬਿਲਕੁਲ ਤੰਦਰੁਸਤ ਹਾਂਗਾ। ਹੁਣ ਮੈਂ ਗੁਰੂ ਘਰ ਜਾਣਾਗਾ 19 ਤੋਂ ਲੈ ਕੇ ਅੱਜ ਤੱਕ ਜਾਣਾ ਹੀ ਹੈਗਾ। ਡੇਲੀ ਜਾਣੇ ਆ, ਕਦੇ ਨਾ ਕਦੇ ਕੋਈ ਜਿਵੇਂ ਅੱਜ ਦੀ ਗੱਲ ਕਹਿ ਲਓ ਜਾਂ ਜਿੱਦਾਂ ਵੀ ਹੈ, ਉਹਦੇ ਨਾਲ ਜਾਇਆ ਤਾਂ ਗੱਲ ਵੱਖਰੀ ਹੈ। ਜਿੱਦੇ ਨਹੀਂ ਜਾਂਦੇ ਤਾਂ ਐਂ ਲੱਗਦਾ ਵੀ ਖਾਨੀ ਕੁਝ ਕੀ ਮਿਲਿਆ ਹੀ ਕੁਝ ਨਹੀਂ। ਸੋ ਤੁਹਾਡੇ ਉੱਤੇ ਜਿਹੜਾ ਮੁਕੱਦਮਾ ਚੱਲਿਆ ਸੀ ਉਹ ਕੀ ਮੁਕੱਦਮਾ ਸੀ, ਇਸ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ, ਨਾਲ ਆਪਾਂ ਖੇਤਾਂ 'ਚ ਗੇੜਾ ਮਾਰਦੇ ਹਾਂ। ਤੇ ਚਮਕੌਰ ਸਿੱਧੂ ਜੀ ਵੱਡੀ ਗਿਣਤੀ ਵਿੱਚ ਆਪਣੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਗਏ ਨੇ, ਤੇ ਆਪਣੇ ਪੰਜਾਬ ਨੂੰ ਦੇਖ ਕੇ, ਅੱਜ ਵੀ ਖੇਤਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਹੋਣੇ ਕਿ ਸਾਡੇ ਪੰਜਾਬ ਦੀਆਂ ਜਿਹੜੀ ਤਸਵੀਰਾਂ ਹੈਗੀਆਂ ਉਹ ਸਾਹਮਣੇ ਆ ਰਹੀਆਂ ਨੇ। ਤੇ ਤੁਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਪ੍ਰਵਾਸੀ ਪੰਜਾਬੀ ਆਪਣੇ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਗੀਤ ਲਿਖਿਆ? ਬਹੁਤ ਜ਼ਿਆਦਾ ਜੀ। ਕਈ ਵਿੱਚ ਸਮੁੰਦਰਾਂ ਰੁੜ ਗਏ ਨੀ, ਕਈ ਮੈਕਸੀਕੋ ਦੇ ਜੰਗਲਾਂ ਵਿੱਚ ਜੁੜ ਗਏ ਨੀ, ਕਈ ਮੈਕਸੀਕੋ ਬਾਰਡਰ ਤੋਂ ਹੀ ਵਾਪਸ ਮੁੜ ਗਏ ਨੀ, ਕਈ ਮੈਕਸੀਕੋ ਬਾਰਡਰ ਤੋਂ ਹੀ ਵਾਪਸ ਮੁੜ ਗਏ ਨੀ, ਕਈ ਵੇਚ ਜ਼ਮੀਨਾਂ ਪਹਿਲਾਂ ਨੂੰ ਵੀ ਹੋ ਗਏ ਜ਼ਿਆਦਾ ਹੀ ਔਖੇ ਨੀ, ਪੁੱਤ ਪਰਦੇਸੀ ਤੋਰ ਕੇ ਮਾਂ ਕੋਈ ਸਾਰੇ ਮਾਪੇ ਸੌਖੇ ਨੀ, ਧੀਆਂ ਪੁੱਤ ਪਰਦੇਸੀ ਤੋਰ ਕੇ ਮਾਂ ਕੋਈ ਸਾਰੇ ਮਾਪੇ
ਸੌਖੇ ਨੀ ਹੁਣ ਤਾਂ ਮੰਗਿਆ ਵੀ ਕੋਈ ਦੇਵੇ ਨਾ ਮਾਂ ਪੈਸਾ ਤੇ ਨੀ ਬਿਨ ਕਰਮਾਂ ਨੀ ਵੇਖਿਆ ਜਾ ਸਕਦਾ ਮਾਂ ਕੈਲਗਰੀ ਵਾਲਾ ਮੇਲਾ ਨੀ ਹੁਣ ਤਾਂ ਮੰਗਿਆ ਵੀ ਕੋਈ ਦੇਵੇ ਨਾ ਮਾਂ ਪੈਸਾ ਤੇ ਨੀ ਬਿਨ ਕਰਮਾਂ ਨੀ ਵੇਖਿਆ ਜਾ ਸਕਦਾ ਮਾਂ ਟੋਰਾਂਟੋ ਵਾਲਾ ਮੇਲਾ ਨੀ ਇੱਕ ਦੇ ਬਣਨ 52 ਪੈਸੇ ਤਾਂ ਮਾਂ ਬਣਦੇ ਇੰਡੀਆ ਚੌਖੇ ਨੀ ਪੁੱਤ ਪਰਦੇਸੀ ਤੋਰ ਕੇ ਮਾਂ ਕੋਈ ਸਾਰੇ ਮਾਪੇ ਸੌਖੇ ਨੀ ਕਈਆਂ ਮੁਲਕ ਬਗਾਨੇ ਲਈਆਂ ਪਿਆਰਾਂ ਨੀ ਨਾ ਵਿੱਚ ਵਿਦੇਸ਼ਾਂ ਘੁੰਮਣ ਨਾ ਘੁੰਮਣ ਇੰਡੀਆ ਕਾਰਾਂ ਨੀ ਇੰਡੀਆ ਕਾਰਾਂ ਨੀ ਕਈ ਐਸੇ ਸੱਜਣ ਹਰਜੀਤ ਸੱਜਣ ਵਰਗੇ ਜਿਹੜੇ ਲੈ ਗਏ ਕੈਲਗਰੀ ਦੀਆਂ ਸਰਕਾਰਾਂ ਨੀ ਭਾਗਾਂ ਵਾਲੇ ਸੱਜਣ ਉਹ ਜਿਹੜੇ ਸਾਂਭ ਗਏ ਮੌਕੇ ਨੀ ਪੁੱਤ ਪਰਦੇਸੀ ਤੋਰ ਕੇ ਮਾਂ ਕੋਈ ਸਾਰੇ ਮਾਪੇ ਸੌਖੇ ਨੀ ਧੀਆਂ ਪੁੱਤ ਪਰਦੇਸੀ ਤੋਰ ਕੇ ਮਾਂ ਕੋਈ ਸਾਰੇ ਮਾਪੇ ਸੌਖੇ ਨੀ ਬਿਨ ਲੱਕੜਾਂ ਤੋਂ ਲੱਗ ਜੇ ਲਾਂਬੂ ਇਸ ਸਰੀਰਾਂ ਨੂੰ ਜਦ ਫੜ ਕੇ ਡੱਕ ਦੇਣ ਵਿਦੇਸੀ ਵਿੱਚ ਜੇਲਾਂ ਮੇਰੇ ਵੀਰ ਪੰਜਾਬੀ ਵੀਰਾਂ ਨੂੰ ਮੇਰੇ ਵੀਰ ਪੰਜਾਬੀ ਵੀਰਾਂ ਨੂੰ ਐਡੇ ਐਡੇ ਹੁੰਦੇ ਆ ਮਾਂ ਧੋਖੇ ਨੀ ਪੁੱਤ ਪਰਦੇਸੀ ਤੋਰ ਕੇ ਕੋਈ ਸਾਰੇ ਮਾਪੇ ਸੌਖੇ ਨੀ ਧੀਆਂ ਪੁੱਤ ਪਰਦੇਸੀ ਤੋਰ ਕੇ ਮਾਂ ਕੋਈ ਸਾਰੇ ਮਾਪੇ ਸੌਖੇ ਨੀ ਕਿਆ ਬਾਤ ਹੈ ਚਮਕੌਰ ਸਿੱਧੂ ਜੀ ਵਾਕਈ ਤਾਂ ਰਿਐਲਿਟੀ ਹੈਗੀ ਹੈ ਕਿ ਜਿਹੜੇ ਇੱਥੋਂ ਬੰਦੇ ਬਾਹਰ ਗਏ ਨੇ ਉਹ ਸਾਰੇ ਸੌਖੇ ਤਾਂ ਨਹੀਂ ਗਏ ਪਰ ਹਰਜੀਤ ਸਿੰਘ ਸੱਜਣ ਜੀ ਵਰਗੇ ਜਿਨ੍ਹਾਂ ਨੇ ਮੌਕਾ ਸੰਭਾਲਿਆ ਤੇ ਅੱਜ ਉਹ ਕੈਨੇਡਾ ਦੇ 2 ਵਾਰ ਰੱਖਿਆ ਮੰਤਰੀ ਵੀ ਰਹੇ ਨੇ ਉੱਥੋਂ ਦੀ ਤੇ ਆਪਣੇ ਆਪ ਦੇ ਪੰਜਾਬੀਆਂ ਨੇ ਵੱਡੀਆਂ ਉਪਲਬਧੀਆਂ ਉੱਥੇ ਗੱਡੀਆਂ ਨੇ ਜਿੱਤ ਦੇ ਝੰਡੇ ਵੀ ਗੱਡੇ ਨੇ 4 ਆਪਣੇ ਤਾਂ ਕੈਬਨਿਟ ਮੰਤਰੀ ਹੋ ਗਏ ਟਰੂਡੋ ਕੈਬਨਿਟ ਦੇ ਵਿੱਚ ਚੱਗਰ ਇੱਕ ਨਵਜੀਤ ਸਿੱਧੂ ਹਾਂ ਤੇ ਇੱਕ ਮੈਡਮ ਹੋਰ ਆ ਗਈ ਤੇ ਤੁਸੀਂ ਵਿਦੇਸ਼ਾਂ ਬਾਰੇ ਕਿਵੇਂ ਨੌਲੇਜ ਰੱਖਦੇ ਹੋ ਤੇ ਕਿਵੇਂ ਗੀਤ ਲਿਖਦੇ ਹੋ ਵਿਦੇਸ਼ਾਂ ਬਾਰੇ ਸਰ ਜਦੋਂ ਮੈਂ 40 ਗੀਤ ਲਿਖਦਾ ਹਰ ਰੋਜ਼ ਹਰ 24 ਘੰਟੇ ਨਾਲ 40 ਗੀਤ ਲਿਖਦਾ ਤੇ ਮੈਂ ਅਕਾਊਂਟੈਂਟ ਮੈਂ ਰੋਕੜ ਦਾ ਕੰਮ ਵੀ ਜਾਣਦਾ ਨਾ ਕਿਉਂਕਿ ਮੈਨੂੰ ਕਿਸੇ ਬੇਸ ਦੇ ਵਿੱਚ ਮੈਂ ਸੈਂਟਰ ਜੇਲ੍ਹ ਬਠਿੰਡਾ ਬੰਦ ਰਹਿ ਗਿਆ 7 ਸਾਲ ਉਹ ਕੀ ਚੱਕਰ ਪੈ ਗਿਆ ਸੀ ਕੋਈ ਮੈਨੂੰ ਪਿੰਡ ਦਾ ਇੱਥੋਂ ਦੱਸੇ ਸੀਗਾ ਨਾ ਵੀ ਮਿਊਜ਼ਿਕ ਵਾਲੇ ਕਿਉਂ ਭੱਜ ਗਏ ਵੀ ਮੇਰੇ ਪਿੰਡ ਦੇ ਲੋਕ ਮੈਨੂੰ ਚੰਗਾ ਨਹੀਂ ਸਮਝਦੇ ਹੈਗੇ ਬਹੁਤ ਮਾੜਾ ਸਮਝਦੇ ਇਹ ਪਤਾ ਨਹੀਂ ਕਿਉਂ ਅਸੀਂ ਤਾਂ ਕਿਸੇ ਦਾ ਬੁਰਾ ਕਰਦੇ ਨਹੀਂ ਹਾਂ ਮੈਂ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਇਹਨਾਂ ਨੇ ਮੇਰੇ ਤੇ ਐਡੇ ਤਸੱਦਦ ਦੇ ਕੇ ਮੈਨੂੰ ਸੈਂਟਰ ਜੇਲ੍ਹ ਬਠਿੰਡਾ ਡੱਕਿਆ ਤੇ ਮੈਂ 7 ਸਾਲ ਰਿਹਾ ਨਹੀਂ ਕਾਰਨ ਕੀ ਦੋਸ਼ ਲਾਇਆ ਤੁਹਾਡਾ ਕਾਰਨ ਮਤਲਬ ਵੀ ਮੇਰੇ ਸਕੇ ਮਾਮੇ ਦੀ ਧੀ ਨੇ ਮੇਰੇ ਤਾਏ ਦਾ ਪੁੱਤ ਮਰਵਾ ਕੇ ਤੇ ਮੇਰੇ ਤੇ FIR ਕਰਾਤੀ 364 302 34 IPC ਜੀ ਜਿਸ ਦੇ ਮੁਕੱਦਮੇ ਵਿੱਚ ਮੈਂ ਸੈਂਟਰ ਜੇਲ੍ਹ ਬਠਿੰਡਾ ਬੰਦ ਰਿਹਾ ਤੇ ਹਵਾਲਾਤ ਤਾਂ ਮੈਂ ਬਹੁਤ ਤੰਗ ਕੱਟੀ ਤੇ ਹੌਲੀ ਹੌਲੀ ਜਦ ਮੈਂ ਪਹਿਲੀ ਛੁੱਟੀ ਕੱਟ ਕੇ ਗਿਆ ਤੇ ਉਹ ਕਿਸੇ ਬੰਦੇ ਨੇ ਮੁਨਸ਼ੀ ਨੇ ਕਿਹਾ ਵੀ ਇਹ ਬੰਦਾ 35 40 ਗੀਤ ਲਿਖਦਾ ਹਰ ਰੋਜ਼ ਜੀ ਤੇ ਇਹ ਗੱਲ ਬਹੁਤ ਵੱਡੀ ਆ ਪੁਲਿਸ ਕਹਿੰਦੀ ਵੀ ਇਹ ਹੋ ਸਕਦਾ ਵੀ 35 40 ਗੀਤ ਕੋਈ ਹਰ ਰੋਜ਼ ਲਿਖ ਦੂਗਾ ਗੀਤ ਤਾਂ ਇੱਕ ਨਹੀਂ ਲਿਖ ਸਕਦਾ ਮੈਨੂੰ ਬੁਲਾਇਆ ਗਿਆ ਮੈਂ ਸਾਰੀ ਹਕੀਕਤ ਦੱਸੀ ਉਹ ਕਹਿੰਦੇ ਹੋ ਨਹੀਂ ਸਕਦਾ ਇਹ ਮੈਂ ਜੀ ਨਹੀਂ ਹੋ ਸਕਦਾ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਮੈਨੂੰ ਬੁਲਾਇਆ ਮੈਂ ਜਵਾਬ ਦਿੱਤਾ ਤੁਹਾਨੂੰ ਉਹ ਕਹਿੰਦੇ ਕੁਛ ਦਿਖਾ ਜੇ ਬੰਦਾ ਕਲਾ ਦਿਖਾਉਂਦਾ ਤਾਂ ਉੱਥੇ ਫਿਰ ਬੰਦਾ ਨਾ ਨੁੱਕਰ ਕਰਦਾ ਤਾਂ ਉਹਦੀ ਗਲਤੀ ਹੈ ਮੇਰੀ ਥੋੜ੍ਹਾ ਹੈ ਮੈਂ ਉਹਨੂੰ ਕਲਾ ਦਿਖਾਈ ਉਹਨਾਂ ਨੇ ਮੈਨੂੰ ਅਕਾਊਂਟੈਂਟ ਸ਼ੀਟ ਦਿੱਤੀ ਸੈਂਟਰ ਜੇਲ੍ਹ ਬਠਿੰਡਾ ਦੀ ਉੱਥੇ ਕੰਮ ਬਹੁਤ ਜ਼ਿਆਦਾ ਹੈ ਜਿਹੇ ਜਿਹਾ ਹੜੰਬੇ 'ਤੇ ਚੜ੍ਹ ਗਿਆ 17 ਘੰਟੇ ਜਿਹੇ ਜਾ ਉਸ ਸੀਟ 'ਤੇ ਬਹਿ ਗਿਆ ਦੇਖੋ ਜੀ ਆਮ ਪਬਲਿਕ ਤਾਂ ਹੈ ਹੀ ਨਹੀਂ ਉੱਥੇ ਸਾਰੇ ਮਤਲਬ ਬੰਦੇ ਕੋਈ ਕਿਸ ਬੇਸ 'ਚ ਕੋਈ ਕਿਸ ਬੇਸ 'ਚ ਕੋਈ ਦਿੱਲੀ ਦਾ ਚੱਲਿਆ ਕੋਈ ਕੈਨੇਡਾ ਦਾ ਚੱਲਿਆ ਕੈਨੇਡਾ ਤੱਕ ਦੇ ਲੋਕ ਵੀ ਸੀਗੇ ਉੱਥੇ ਜਿਨ੍ਹਾਂ ਨਾਲ ਮੇਰਾ ਮੁਲਾਕਾਤ ਹੁੰਦੀ ਰਹੀ ਉਹ ਸੀਟ ਦੇ ਵਿੱਚ ਕੰਮ ਬਹੁਤ ਜ਼ਿਆਦਾ ਸੀਗਾ ਜੀ ਜ਼ਿਆਦਾ ਮਤਲਬ ਬਿਜੀ ਚੱਲਦਾ ਰਿਹਾ ਮੈਂ ਕੰਮ ਕਰਦਾ ਰਿਹਾ ਤੇ ਇਸ ਕਰਕੇ ਫਿਰ ਮੈਨੂੰ ਰੋਕੜ ਦਾ ਕੰਮ ਪਹਿਲਾਂ ਤਾਂ ਇਹਨਾਂ ਜਾਣਦਾ ਨਹੀਂ ਸੀਗਾ ਮੈਂ ਗੀਤ ਹੀ ਲਿਖਦਾ ਸੀਗਾ ਫਿਰ ਮੈਂ ਰੋਕੜ ਦਾ ਕੰਮ ਵੀ ਸਿੱਖ ਗਿਆ ਆਓ ਆਪਣੀ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਆਪਾਂ ਜੀ ਗੀਤ ਤਾਂ ਤੁਸੀਂ ਬਹੁਤ ਸੋਹਣੇ ਲਿਖੇ ਨੇ ਤੇ ਉਹਨਾਂ ਦੀ ਸ਼ਬਦਾਵਲੀ ਔਰ ਤੁਹਾਡਾ ਗਾਣ ਦਾ ਅੰਦਾਜ਼ ਵੀ ਬੜਾ ਵਧੀਆ ਹੈਗਾ ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਭੰਗੜੇ ਦੇ ਵੀ ਬੜੇ ਸ਼ੌਕੀਨ ਹੋ ਭੰਗੜਾ ਵੀ ਪਾਉਂਦੇ ਰਹੇ ਹੋ ਤੇ
ਭੰਗੜੇ ਉੱਤੇ ਵੀ ਗੀਤ ਲਿਖੇ? ਹਾਂਜੀ ਮੈਂ ਬਾਜਾਂ ਤੇ ਭੰਗੜਾ ਮੇਰਾ ਪਹਿਲਾਂ ਜਿਹੜੇ ਬਾਜੇ ਵੱਜਦੇ ਸੀਗੇ ਅੱਜ ਤੋਂ ਪਹਿਲਾਂ ਹੁੰਦੇ ਨੇ ਤਾਂ ਹੁਣ ਤਾਂ ਕੋਈ ਲੈ ਕੇ ਘੱਟ ਹੀ ਜਾਂਦੇ ਨੇ। ਪਹਿਲਾਂ ਤੇ ਬਾਜਾਂ ਤੇ ਭੰਗੜਾ ਮੇਰਾ ਬਹੁਤ ਵਧੀਆ ਸੀ। ਹੁਣ ਮੈਂ ਇੱਕ ਗੀਤ ਲਿਖਿਆ ਸੀ ਮੈਂ ਨਹੀਂ ਪਾਉਂਦਾ ਭੰਗੜਾ, ਕਾਲੀ ਨਾਗਣੀ ਪਾਉਂਦੀ, ਉਹ ਤੇ ਮੈਂ ਭੰਗੜਾ ਪਾ ਦਿੰਦਾ ਹੁੰਦਾ। ਅੱਛਾ, ਇਹ ਗੀਤ ਗਾ ਕੇ ਵੀ ਸੁਣਾ ਦਿਓ ਸਾਨੂੰ, ਆਪਣੇ ਥੋੜੇ ਸਟੈਪ ਵੀ ਦਿਖਾ ਦੋਗੇ? ਹਾਂਜੀ ਦਿਖਾ ਦਾਂਗੇ ਜੀ। ਜ਼ਰੂਰ ਜ਼ਰੂਰ, ਆਜੋ ਜੀ ਜ਼ਰੂਰ। ਪਾਉਂਦਾ ਪੰਗੜਾ ਹੋ ਮੈਂ ਨਾ ਪਾਵਾਂ ਪੰਗੜਾ, ਹੋ ਮੈਂ ਨਹੀਂ ਪਾਉਂਦਾ ਪੰਗੜਾ, ਹੋ ਮੈਂ ਨਾ ਪਾਵਾਂ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਹੋ ਮੈਂ ਨਹੀਂ ਪਾਉਂਦਾ ਪੰਗੜਾ, ਹੋ ਮੈਂ ਨਾ ਪਾਵਾਂ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਜੇ ਪੀ ਲਾਵਾਂ ਕੁੱਟ ਸ਼ਾਮਾਂ ਨੂੰ, ਅੱਗੇ ਲੱਗੜੀ ਉਹ ਸੋਹਣਿਆਂ ਨੂੰ ਚਾਹੁੰਦੀ ਆ, ਹੋ ਮੈਂ ਨਹੀਂ ਪਾਉਂਦਾ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਹੋਏ ਨਹੀਂ ਪਾਉਂਦਾ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਇਹ ਮਿੱਠੇ ਗੁੜ ਦਾ ਵੀਰ ਪੰਜਾਬੀਆ, ਹੋ ਯਾਰ ਇੱਕ ਬੜਾ ਜਿਹੜਾ ਇਹਨੂੰ ਪੀ ਵੀ ਲਵੇ, ਤੇ ਉਹਦੇ ਵਿੱਚ ਹਰ ਇੱਕ ਬੜਾ ਆਣ ਕੇ ਗੁੱਸੇ ਦੇ ਵਿੱਚ ਹੱਥੀ ਪਾਵੇ ਅਣਖਾਂ ਨੂੰ, ਫੇਰੀ ਅੱਗ ਲੱਗੜੀ ਏ ਕਤਲ ਕਰਾਉਂਦੀ ਆ, ਫੇਰੀ ਅੱਗ ਲੱਗੜੀ ਏ ਬੰਦਾ ਕਟਵਾਉਂਦੀ ਆ, ਮੈਂ ਨਹੀਂ ਪਾਉਂਦਾ ਪੰਗੜਾ, ਹੋ ਮੈਂ ਨਾ ਪਾਵਾਂ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਜੇ ਪੀ ਲੈਵਾਂ ਕੁੱਟ ਸ਼ਾਮਾਂ ਨੂੰ, ਫੇਰੀ ਅੱਗ ਲੱਗੜੀ ਏ ਸੋਹਣਿਆਂ ਨੂੰ ਚਾਹੁੰਦੀ ਆ, ਹੋ ਮੈਂ ਨਹੀਂ ਪਾਉਂਦਾ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਕਾਲੀ ਨਾਗਣੀ ਪਵਾਉਂਦੀ ਆ। ਵਾਹ ਜੀ ਵਾਹ। ਤੁਸੀਂ ਮੈਂ ਨਹੀਂ ਪਾਉਂਦਾ ਭੰਗੜਾ, ਕਾਲੀ ਨਾਗਣੀ ਪਾਉਂਦੀ ਆ ਭੰਗੜਾ, ਤੇ ਇਹ ਜਿਹੜੇ ਸ਼ਬਦ ਤੁਸੀਂ ਬੋਲ ਲਿਖੇ, ਇਹ ਕਿਵੇਂ ਮਨ ਦੇ ਵਿੱਚ ਕਨਸੈਪਟ ਆਇਆ? ਕੀ ਉਸ ਵੇਲੇ ਕੀ ਸੋਚ ਰਹੇ ਸੀ ਤੁਸੀਂ? ਮੈਂ ਕੁਛ ਨਹੀਂ, ਮੈਂ ਸੁੱਤਾ ਪਿਆ ਸੀਗਾ ਜੀ, ਰਾਤ ਦੇ 2 ਵਜੇ ਸੀਗੇ, ਦਿਮਾਗ ਤੇ ਆਟੋਮੈਟਿਕ ਹੀ ਚੜ੍ਹ ਗਈ ਗੱਲ ਇਹ। ਅੱਛਾ ਜੀ। ਫਿਰ ਮੈਂ ਉੱਠ ਕੇ ਗੀਤ ਲਿਖਿਆ ਸੀ। ਇਹਦੇ 4 ਪਹਿਰੇ ਆ, ਮੈਂ ਤੁਹਾਨੂੰ 2 ਹੀ ਸੁਣਾਏ ਨੇ। ਇੱਕ ਅੰਤਰਾ ਤੁਹਾਨੂੰ ਹੋਰ ਸੁਣਾਉਣਾ ਚਾਹੁੰਦਾ, ਪਿਛਲਾ ਮੈਂ ਜ਼ਰੂਰ ਜ਼ਰੂਰ ਜ਼ਰੂਰ। ਵਿਚਾਲੜਾ ਛੱਡ ਦਿੰਦਾ, ਪਿਛਲਾ ਸੁਣਾਊਂਗਾ। ਹਾਂਜੀ ਹਾਂਜੀ। ਕਿਉਂਕਿ ਉਹ ਲੋਕਾਂ ਨਾਲ ਬੀਤਦਾ ਹੈ, ਬਹੁਤ ਜ਼ਿਆਦਾ ਹੀ ਬੀਤਦਾ ਉਹ। ਜਾਣੀ ਕਿ ਦਾਰੂ ਅੱਜ ਕੱਲ੍ਹ ਮਹਿੰਗਾਈ ਹੈ ਨਾ, ਪੈਸਾ ਟੱਕੇ ਦੀ ਤੋੜ ਰਹਿੰਦੀ ਹੈ ਲੋਕਾਂ ਨੂੰ, ਤੇ ਉਹ ਟੱਪਾ ਜ਼ਰੂਰ ਸੁਣਾਉਂਦਾ ਮੈਂ। ਕਈ ਉਹਨੂੰ ਪੀ ਕੇ ਮੁੱਛਾਂ ਨੂੰ ਵੱਟ ਦਿੰਦੇ, ਤੇ ਕਈਆਂ ਨੂੰ ਪੁੰਜੇ ਲਟਾਉਂਦੀ ਆ, ਤੇ ਕਈ ਉਹਨੂੰ ਖਾ ਕੇ ਮੁੱਛਾਂ ਨੂੰ ਵੱਟ ਦਿੰਦੇ, ਤੇ ਕਈਆਂ ਦੀਆਂ, ਤੇ ਕਈ ਮੇਰੇ ਵਰਗਿਆਂ ਦੀਆਂ ਸੰਗੀਆਂ 'ਚ ਲੱਤਾਂ ਮਰਵਾਉਂਦੀ ਆ, ਕਈ ਉਹਨੂੰ ਪੀ ਕੇ ਮੁੱਛਾਂ ਨੂੰ ਵੱਟ ਦਿੰਦੇ, ਤੇ ਕਈਆਂ ਨੂੰ ਪੁੰਜੇ ਲਟਾਉਂਦੀ ਆ, ਕਈ ਉਹਨੂੰ ਖਾ ਕੇ ਮੁੱਛਾਂ ਨੂੰ ਵੱਟ ਦਿੰਦੇ, ਤੇ ਕਈਆਂ ਦੀ ਮੇਰੇ ਵਰਗਿਆਂ ਦੀ ਮੁੱਕੀ ਹੁੰਦੀ, ਪੈਸਾ ਵੀ ਮੰਗਿਆ ਕੋਈ ਦਿੰਦਾ ਨਾ, ਤੇ ਫੇਰੀ ਮੰਜੀਆਂ 'ਚ ਲੱਤਾਂ ਮਰਵਾਉਂਦੀ ਆ, ਹੋ ਮੈਂ ਨਹੀਂ ਪਾਉਂਦਾ ਭੰਗੜਾ, ਕਾਲੀ ਨਾਗਣੀ ਪਵਾਉਂਦੀ ਆ, ਤੇ ਜੇ ਪੀ ਲੈਵਾਂ ਕੁੱਟ ਸ਼ਾਮਾਂ ਨੂੰ, ਫੇਰੀ ਅੱਗ ਲੱਗੜੀ ਏ ਸੋਹਣਿਆਂ ਨੂੰ ਚਾਹੁੰਦੀ ਆ, ਹੋ ਮੈਂ ਨਹੀਂ ਪਾਉਂਦਾ ਪੰਗੜਾ, ਹੋ ਮੈਂ ਨਾ ਪਾਵਾਂ ਪੰਗੜਾ, ਕਾਲੀ ਨਾਗਣੀ ਪਵਾਉਂਦੀ ਆ। ਕੀ ਬਾਤ ਹੈ, ਕੀ ਬਾਤ ਹੈ। ਵਾਕਈ ਤੁਸੀਂ ਭਾਜੀ ਬਹੁਤ ਵਧੀਆ ਲਿਖਿਆ, ਤੇ ਇਸ ਨੂੰ ਲੈ ਕੇ ਕਈ ਹੋਰ ਵੀ ਗੀਤ ਬਣੇ ਹੋਏ ਨੇ, ਤੇ ਮੁੱਕ ਗਈ ਫੀਮ ਡੱਬੀ 'ਚੋਂ ਯਾਰੋ, ਤੇ ਕਾਫੀ, ਕਿਉਂਕਿ ਆਪਣੇ ਕਲਚਰ ਦੇ ਨਾਲ ਇੱਕ ਹਿੱਸਾ ਵੀ ਰਹੀ ਹੈ। ਤੇ ਮੈਂ ਤੁਹਾਡੇ 'ਤੇ ਇਹ ਵੀ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਇੰਨੇ ਗੀਤ ਲਿਖੇ ਹੈ ਨਾ, ਤੇ ਪੰਜਾਬੀ 'ਤੇ ਤੁਹਾਡੀ ਪਕੜ ਵੀ ਬੜੀ ਵਧੀਆ ਹੈਗੀ ਹੈ, ਤੇ ਤੁਸੀਂ ਕਿੰਨੀਆਂ ਜਮਾਤਾਂ ਪੜ੍ਹੇ? ਮੈਂ ਮੈਟ੍ਰਿਕੂਲੇਸ਼ਨ ਕੀਤੀ ਜੀ। ਮੈਟ੍ਰਿਕ ਤੁਸੀਂ ਕੀਤੀ ਹੈ 10ਵੀਂ, ਤੇ 10ਵੀਂ ਕਿੱਥੋਂ ਕੀਤੀ ਤੁਸੀਂ? ਹਾਈ ਸਕੂਲ ਸੇਮਾ ਕਲਾਂ ਤੋਂ। ਤੇ ਤੁਹਾਨੂੰ ਜਦੋਂ ਤੁਸੀਂ 10ਵੀਂ ਜਮਾਤ ਕਰ ਰਹੇ ਸੀ, ਉਦੋਂ ਹੀ ਲਿਖਣ ਦਾ ਸ਼ੌਂਕ ਪੈ ਗਿਆ ਸੀ ਜਾਂ ਉਸ ਤੋਂ ਬਾਅਦ ਪਿਆ? ਨਹੀਂ ਜੀ, ਮੈਂ 26 ਸਾਲ ਦੀ ਉਮਰ ਸੀ ਮੇਰੀ, 1998 ਦੇ ਬੈਂਕ ਵਿੱਚ ਮੈਂ ਬੈਂਕ ਲੋਨ ਲਿਆ ਸੀਗਾ 3,98,000 ਰੁਪਇਆ। ਉਸ ਲੋਨ ਲੈਣ ਤੋਂ ਮੈਂ ਜਰੀਏ ਮਤਲਬ ਡੇਅਰੀ ਫਾਰਮ ਦਾ ਕੰਮ ਕੀਤਾ,
ਤੇ ਬਸ ਕੁਦਰਤ ਵੱਲੋਂ ਹੀ ਮੈਂ ਗੀਤ ਵੀ ਲਿਖਦਾ ਰਿਹਾ, ਰਿਹਰਸਲ ਵੀ ਕਰਦਾ ਰਿਹਾ। ਅੱਛਾ। ਹਾਂਜੀ। ਤੇ ਮਤਲਬ ਕਿ ਉਹ ਲੋਨ ਜਦੋਂ ਲਿਆ ਉਸ ਤੋਂ ਬਾਅਦ ਹੀ ਲਿਖਣ ਦਾ ਸ਼ੌਂਕ ਪੈ ਗਿਆ, ਮਤਲਬ ਉਹ ਲੋਨ ਨਾਲ ਕੋਈ ਨਹੀਂ ਕੜੀਆਂ ਤਾਂ ਨਹੀਂ ਜੁੜੀਆਂ? ਨਹੀਂ ਲਾਉਣ ਨਾਲ ਤਾਂ ਕੋਈ ਤਾਲੁਕਾਤ ਨਹੀਂ ਇਸ ਲੈਣ ਦਾ, ਉਹ ਤਾਂ ਵੈਸੇ ਹੀ ਗੀਤਕਾਰ ਤਾਂ ਵੈਸੇ ਹੀ ਲਿਖਣ ਲੱਗ ਗਿਆ। ਅੱਛਾ। ਕੁਦਰਤ ਦੀ ਦੇਣ ਹੈ ਵੈਸੇ ਤਾਂ। ਠੀਕ ਹੈ। ਹਾਂਜੀ। ਹੁਣ ਤੱਕ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਗੀਤ ਲਿਖ ਚੁੱਕੇ ਹੋ, ਬਹੁਤ ਹਰ ਰੋਜ਼ ਜ਼ਿਆਦਾ, ਤੁਸੀਂ ਜੇ ਕਲਮ ਫੜ ਲਓ ਤਾਂ 40 ਗੀਤ ਲਿਖ ਦਿੰਦੇ ਹੋ। ਹਾਂਜੀ। ਤੇ ਇੱਕ ਆਮ ਆਪਾਂ ਬੰਦੇ ਦੀ ਗੱਲ ਕਰੀਏ, ਨਾਰਮਲ ਇਨਸਾਨ ਦੇ ਲਾਈਫ ਦੇ ਵਿੱਚ ਇੰਨੇ ਗੀਤ ਲਿਖਣੇ ਬੜਾ ਡਿਫਿਕਲਟ ਹੈਗਾ ਹੈ। ਹਾਂਜੀ। ਤੇ 40 ਗੀਤ ਲਿਖਣੇ ਆਪਣੇ ਆਪ ਦੇ, ਜੇ ਆਪਾਂ ਸੋਚੀਏ ਕਿ ਅੱਜ ਮੈਂ 40 ਗੀਤ ਲਿਖਣੇ ਨੇ, ਬੰਦੇ ਨੂੰ ਪਹਿਲਾਂ ਹੀ ਟੈਨਸ਼ਨ ਹੋ ਜਾਂਦੀ ਹੈ। ਨਹੀਂ ਕੋਈ ਟੈਨਸ਼ਨ ਨਹੀਂ ਜੀ। ਤੇ ਤੁਸੀਂ 40 ਗੀਤ ਲਿਖ ਦਿੰਦੇ ਹੋ ਤਾਂ ਕਦੇ ਸੋਚਿਆ ਨਹੀਂਗਾ ਕਿ ਇੰਨੇ ਗੀਤ ਕਿਵੇਂ ਲਿਖਦੇ ਹੋ? ਕਿਉਂਕਿ ਦਿਮਾਗ ਇੰਨਾ ਕਿੰਨਾ ਕੁ ਕੰਮ ਕਰ ਜਾਂਦਾ ਬੰਦੇ ਦਾ। ਜੇ ਮੈਂ ਨਹੀਂ ਲਿਖਦਾ ਜੀ, ਤੇ ਜਿਵੇਂ ਨਹੀਂ ਕੋਈ ਕੰਮ ਉੱਤੇ ਚੜ੍ਹਦਾ ਹੁੰਦਾ, ਨਹੀਂ ਲਿਖਦਾ, ਨਵੇਂ ਤੋਂ ਨਵੇਂ ਐਡ ਕੇ ਚੜੀ ਜਾਂਦੇ ਆ, ਫਿਰ ਮੈਨੂੰ ਲਿਖਣੇ ਵੀ ਪੈਂਦੇ ਆ। ਮੈਨੂੰ ਤਾਂ ਰੋਗ ਲੱਗ ਗਿਆ ਇਹ ਇੱਕ, ਜੇ ਮੈਂ ਨਹੀਂ ਲਿਖਦਾ ਤਾਂ ਡਿਫੈਂਸ ਮਤਲਬ ਜ਼ਿਆਦਾ ਪਰੇਸ਼ਾਨੀ ਮੰਨਦਾ ਸਰੀਰ ਵੀ, ਜਦੋਂ ਲਿਖਤੇ ਫਿਰ ਕੁਝ ਰਿਲੈਕਸ ਹੋ ਜਾਂਦਾ। ਪਰ ਇੰਨੀ ਗੱਲ ਜ਼ਰੂਰ ਹੈ ਜੀ ਵੀ ਜੇ ਮੈਂ ਗੀਤ ਲਿਖਦਾਗਾ ਤੇ ਮੈਂ ਹੋਰ ਕੋਈ ਨਸ਼ਾ ਨਹੀਂ ਕਰਦਾ, ਕੋਈ ਮੈਂ ਫੀਮ ਨਹੀਂ ਖਾਂਦਾ, ਕੋਈ ਮੈਂ ਭੁੱਕੀ ਨਹੀਂ ਖਾਂਦਾ, ਕੋਈ ਮੈਂ ਚਿੱਟਾ ਨਹੀਂ ਲਾਉਂਦਾ, ਕੋਈ ਮੈਂ ਬੀੜੀ ਜਰਦਾ ਸਿਗਰਟ ਬਿਲਕੁਲ, ਕੋਈ ਆਂਡਾ ਮੀਟ ਬਿਲਕੁਲ ਨਹੀਂ ਕਰਦਾ। ਉਹ ਵੀ ਮੈਂ ਦਾਰੂ ਛੱਡ ਦਿੰਦਾ ਹੁੰਦਾ। ਜਦੋਂ ਮੈਂ 40 ਗੀਤ ਲਿਖਦਾ ਫਿਰ ਮੈਂ ਉਦੋਂ 1.5 ਜਾਂ 2 ਬੋਤਲਾਂ ਸ਼ਰਾਬ ਦੀਆਂ ਜ਼ਰੂਰ ਪੀਂਦਾ। 1.5-2 ਬੋਤਲਾਂ ਸ਼ਰਾਬ ਦੀਆਂ? ਮਤਲਬ ਕਿ 2 ਬੋਤਲਾਂ 'ਚ ਤਾਂ 12 ਬੰਦੇ ਰੱਜ ਜਾਂਦੇ ਨੇ, ਤੁਸੀਂ ਇਕੱਲੇ ਹੀ ਪੀ ਜਾਂਦੇ ਹੋ। ਫਿਰ ਮੈਂ ਤੁਹਾਨੂੰ ਨੀਂਦ ਨਹੀਂ ਆਉਂਦੀ, ਮੈਨੂੰ 2.5-3 ਘੰਟੇ ਨੀਂਦ ਮਸਾਂ ਆਉਂਦੀ ਹੈ ਫਿਰ। ਅੱਛਾ। ਤੇ ਜੇ ਮੈਂ ਖਰਚਾ ਵੀ ਹੈ ਨਹੀਂ ਮੁੱਕਿਆ ਹੁੰਦਾ ਤਾਂ ਫਿਰ ਮੈਂ ਗੀਤ ਕੋਈ ਲਿਖਦਾ ਹੀ ਨਹੀਂ। ਨਹੀਂ, 2 ਬੋਤਲਾਂ ਸ਼ਰਾਬ ਦੀਆਂ ਤੁਸੀਂ ਫਿਰ ਅੰਗਰੇਜ਼ੀ ਦੇ ਸ਼ੌਕੀਨ ਜਾਂ ਦੇਸੀ ਦੇ? ਕੋਈ ਮਰਜ਼ੀ ਮਿਲ ਜੇ, ਪੈਸੇ ਹੋਣ ਜਿਸ ਢੰਗ ਨਾਲ ਉਸ ਢੰਗ ਨਾਲ ਚੱਲ ਪਈਦਾ। ਅੱਛਾ। ਦੇਸੀ ਦਾ ਹੁਣ ਕੱਢਣ ਨਹੀਂ ਦਿੰਦੇ ਹੈਗੇ। ਪਰ ਭਾਜੀ 2 ਬੋਤਲਾਂ ਪੀਣੀਆਂ ਆਪਣੇ ਆਪ ਲੀਵਰ ਡੈਮੇਜ ਕਰਨ ਵਾਲੀ ਗੱਲ ਹੋ ਜਾਂਦੀ ਹੈ। 2 ਬੋਤਲਾਂ ਕਿਹੜੀਆਂ ਨਹੀਂ ਸੋਕੇ ਜੀ, ਤੇਜ਼ਾਬ ਇੱਕ ਕੁਛ ਤਰੀਕੇ ਨਹੀਂ ਨਾਲ। ਹੁੰਦਾ ਜੀ, ਕੁਛ ਨਹੀਂ ਹੁੰਦਾ ਗਾ। ਤੇ 2 ਬੋਤਲਾਂ ਪੀ ਕੇ ਫਿਰ ਤੁਹਾਡੇ ਸਿਰ ਨੂੰ ਚੜ੍ਹਦੀ ਨਹੀਂ ਉਹ? ਪੌਣੀ ਬੋਤਲ ਪੀ ਕੇ ਤਾਂ ਮੇਰਾ ਸਟੈਂਡ ਹੀ ਹੁੰਦਾ। ਮੈਂ ਗੀਤ ਵੀ ਲਿਖਦਾ ਗਾ ਨਾ, ਬੋਤਲ ਜਦੋਂ ਮੈਂ ਦਾਰੂ ਪੀ ਕੇ ਗੀਤ ਲਿਖਦਾ, ਮੈਂ ਦਾਰੂ ਤੇ ਗੀਤ ਵੀ ਲਿਖਣੇ ਹੁੰਦੇ ਆ, ਤੁਹਾਨੂੰ ਉਹ ਵੀ ਸੁਣਾ ਦਿੰਦਾ। ਮੈਨੂੰ ਤੁਹਾਡੀ ਗੱਲ ਦਾਰੂ ਦਾ ਗੀਤ ਤੁਹਾਡਾ ਜ਼ਰੂਰ ਸੁਣਾ ਹੈ। ਪੌਣੀ ਬੋਤਲ ਪੀ ਕੇ ਤੁਸੀਂ ਸਟੈਂਡ ਹੁੰਦੇ, ਜਦੋਂ ਇੱਕ ਬੋਤਲ ਦੂਜੀ ਬੋਤਲ ਚੜ੍ਹ ਜਾਂਦੀ ਹੈ, 2 ਬੋਤਲਾਂ ਤੋਂ ਬਾਅਦ ਕੀ ਹਾਲ ਹੁੰਦਾ ਉਹ ਸੁਣਾਓ। ਕੋਈ ਹਾਲ ਨਹੀਂ ਹੁੰਦਾ, ਬਸ ਪਤਾ ਹੀ ਹੁੰਦਾ ਵੀ ਹੁਣ ਆਪਣੇ ਦਾਰੂ ਮੁੱਕ ਗਈ ਹੈ, ਰੋਟੀ ਮਿਲ ਗਈ ਠੀਕ ਹੈ, ਨਹੀਂ ਤਾਂ ਨਹੀਂ, ਮੰਜੇ ਤੇ ਬਹਿ ਜਾਂਗਾ ਬਸ। ਆਰਾਮ ਨਾਲ ਪੈ ਜਾਂਦੇ, ਖਲਾਰਾ ਨਹੀਂ ਪਾਉਂਦੇ ਫਿਰ ਪਿੰਡ 'ਚ? ਨਾ ਮੈਂ ਬੋਲਦਾ ਨਹੀਂ ਹਾਂਗਾ, ਮੈਂ ਮਹਿਫਿਲ 'ਚ ਬਹਿ ਕੇ ਦਾਰੂ ਨਹੀਂ ਪੀਂਦਾ ਜੀ। ਅੱਛਾ। ਅੰਦਰ ਵੜ ਕੇ ਜਿੰਦਾ ਲਾ ਕੇ ਪੀਣਾ ਮੈਂ ਤਾਂ, ਅੱਛਾ। ਵੀ ਜਿੱਥੇ ਕੋਈ ਮੈਨੂੰ ਵੇਖ ਨਾ ਲਵੇ। ਜਿੰਦਾ ਲਾ ਗਿਆ ਹਾਂ। ਮੰਗਣ ਵਾਲੇ ਕੱਟ ਨਾ ਜੇ ਕਿਤੇ ਦਾਰੂ ਤਾਂ ਚੱਲ ਮੰਗ ਲਓ ਤਾਂ ਕੋਈ ਗੱਲ ਵੱਖਰੀ ਆ, ਕੋਈ ਗੱਲ ਨਹੀਂ। ਕਈ ਵਾਰੀ ਐਵੇਂ ਕੋਈ ਦਾਰੂ ਪੀਤੀ 'ਚ ਕਿਸੇ ਨੂੰ ਉੱਚਾ ਨਹੀਂ ਮੈਂ ਬੋਲਿਆ ਜਾਵੇ, ਉਹ ਫਿਰ ਤੜਕੇ ਮਹਿਸੂਸ ਹੁੰਦੀਆਂ ਗੱਲਾਂ ਇਹ। ਅੱਛਾ ਅੱਛਾ। ਵੀ ਆਪਾਂ ਜੇ ਦਾਰੂ ਪੀਤੀ ਕਿਸੇ ਨੂੰ ਬੋਲੇ ਤਾਂ ਅੱਜ ਫਿਰ ਕਲਪਨਾ ਜੀ ਹੈ ਨਾ। 40 ਗੀਤ ਲਿਖ ਕੇ 2 ਬੋਤਲਾਂ ਦਾਰੂ ਪੀ ਲੈਂਦਾ। 2 ਕਦੇ ਜਾਂ 1.5 ਇਦਾਂ ਵੀ ਹੋਇਆ ਕਿ 2 ਬੋਤਲਾਂ ਲਿਖ ਕੇ 40 ਗੀਤ ਲਿਖੇ ਹੋਣ? 2 ਬੋਤਲਾਂ ਪੀ ਕੇ 40 ਗੀਤ ਲਿਖੇ 2 ਹੋਣ? ਬੋਤਲਾਂ ਪੀ ਕੇ 40 ਗੀਤ ਨਹੀਂ ਲਿਖਦੇ, ਪੌਣੀ ਬੋਤਲ ਪੀ ਕੇ ਕੁਝ ਗੀਤ ਲਿਖੇ ਜਾਂਦੇ। ਅੱਛਾ। ਵੀ ਕੁਝ ਗੀਤ 5-7 ਗੀਤ ਲਿਖੇ ਜਾਂਦੇ ਪੌਣੀ ਬੋਤਲ ਪੀ ਕੇ। ਅੱਛਾ, 5-7 ਗੀਤ ਲਿਖ ਦਿੰਦੇ ਪੌਣੀ ਬੋਤਲ ਪੀ ਕੇ। ਉਹ ਸ਼ਰਾਬ ਸ਼ਰੂਬ ਤੇ ਜੇ ਲਿਖੇ ਹੁੰਦੇ ਕੋਈ। ਤੇ ਸ਼ਰਾਬ ਦੇ ਉੱਤੇ ਜਿਹੜਾ ਤੁਸੀਂ ਗੀਤ ਲਿਖਿਆ ਹੈ, ਤੇ ਹੁਣ ਤੱਕ ਦਾ ਤੁਹਾਡਾ ਸਭ ਤੋਂ ਵਧੀਆ ਗੀਤ ਕਿਹੜਾ ਤੁਹਾਨੂੰ ਲੱਗਦਾ ਹੈ ਜਿਹੜਾ ਲਿਖਿਆ ਤੁਸੀਂ? ਉਹ ਮੈਂ ਸਿੱਟਿਆ ਸੀਗਾ ਜੀ ਇੱਕ ਦਿਨ ਨੈੱਟ ਤੇ, 85,000 ਵਿਊ ਵੱਜ ਗਿਆ ਸੀ ਹਫਤੇ 'ਚ। ਬੱਲੇ ਬੱਲੇ ਬੱਲੇ, ਉਹ ਸਾਡੇ ਦਰਸ਼ਕਾਂ ਨੂੰ ਸੁਣਾਓਗੇ? 4 ਲੈਣ ਆਉਂਦੀ ਹੈ। ਸੁਣਾ ਦਿੰਦੇ ਜੀ। ਦੇਖੋ ਜੀ, ਜਾਂਦਾ ਬੰਦਾ ਗਮੀ 'ਚ ਪੀਂਦਾ ਦਾਰੂ, ਜਾਂ ਪੀਂਦਾ ਖੁਸ਼ੀ 'ਚ। ਨਹੀਂ ਕੋਈ ਚੀਜ਼ ਤਾਂ ਜੀ ਨਹੀਂ ਕਰਦਾ ਕਿਸੇ ਦਾ ਦਾਰੂ ਪੀਣ ਨੂੰ। ਪਰ ਤੁਸੀਂ ਤਾਂ ਜਿਹੜੇ ਉਹ ਤਾਂ ਗੀਤਾਂ ਕਰਕੇ ਪੀਂਦੇ ਹੋ ਤੁਸੀਂ ਤਾਂ ਨਾ? ਨਹੀਂ, ਮੈਨੂੰ ਦੁੱਖ ਵੀ ਹੁੰਦੇ, ਕਈ ਦੁੱਖ ਵੀ ਜ਼ਿੰਦਗੀ 'ਚ ਹੈਗੇ ਆ, ਤੇ ਮੈਨੂੰ ਗੀਤ ਲਿਖਣ ਕਰਕੇ ਵੀ ਪੀਣੇ ਪੈਂਦੇ। ਜੇ ਮੈਂ ਪੀਂਦਾ ਨਹੀਂ ਫਿਰ ਮੈਨੂੰ ਤਾਂ ਬਹਿ ਕੇ ਕੱਟਣੀ ਪੈਂਦੀ ਰਾਤ। ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ। ਕੀ ਦੱਸਗੇ ਜੀ, ਹੁਣ ਦੁੱਖਾਂ ਦੀ ਭਰੀ ਨਾ, ਹੁਣ ਤੱਕ ਦੁੱਖਾਂ ਨਾਲ ਤੁਰਿਆ ਆਇਆ ਮੈਂ ਤਾਂ। ਹੁਣ ਸਰੀਰ ਪੱਖੋਂ ਸਹੀ ਹੈ। ਅਸਲ ਵਿੱਚ ਕੋਈ ਮਾਇਆ ਨਾਲ ਦੁੱਖ ਨਹੀਂ ਦੂਰ ਹੁੰਦੇ, ਵੀ ਇਕੱਲੀ ਮਾਇਆ ਨਾਲ ਦੂਰ ਹੁੰਦੇ ਆ। ਬੰਦੇ ਨੂੰ ਸੰਤੁਸ਼ਟੀ ਚਾਹੀਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਤੰਦਰੁਸਤੀ। ਉਸ ਤੋਂ ਬਾਅਦ ਜੇ 2 ਵਕਤ ਦੀ ਰੋਟੀ ਮਿਲਦੀ ਹੈ, ਮੈਂ ਕਹਿੰਦਾ ਉਹਦੇ ਵਰਗਾ ਸਰਦਾਰ ਹੀ ਨਹੀਂ ਕੋਈ। ਟੱਕ ਤਾਂ ਜਿੰਨੇ ਮਰਜ਼ੀ ਖਰੀਦ ਲਾ। ਇੱਕ ਮੈਂ ਤੁਹਾਨੂੰ ਉਹ ਅੰਤਰ ਸੁਣਾਉਣਾ ਹੈ ਵੀ ਜਿਹੜੇ ਮਾਇਆ ਵਾਲੇ ਹੈ, ਪਹਿਲਾਂ ਤੁਹਾਨੂੰ ਅੰਤਰ ਸੁਣਾ ਵੀ ਉਹਦਾ ਆਧਾਰਨ ਕੀ ਹੈ। ਹਟਦਾ ਏ ਕੰਧ ਟੱਪਦਾ ਏ, ਹਟਦਾ ਏ ਕੰਧ ਟੱਪਦਾ ਏ, ਇੱਕ ਬਾਲ ਨਿਆਣਿਆਂ ਲਈ, ਤੇ ਦੀਨ ਦੁਖੀ ਦੀ ਗੱਲ ਨਹੀਂ ਸੁਣਦਾ, ਪੁੱਠਾ ਲਟਕੇ ਤੂੰ ਉੱਚੇ ਕਰਾਣਿਆਂ ਲਈ, ਉੱਚੇ ਕਰਾਣਿਆਂ ਲਈ। ਸਾਰੀ ਦਿਹਾੜੀ ਬੰਦਾ ਐਂ ਕਹਿੰਦਾ ਵੀ ਉਹ ਕੋਠੀ ਵੀ ਮੇਰੀ ਹੋਵੇ, ਉਹ ਵੀ ਹੋਵੇ, ਉਹ ਟੱਕ ਵੀ ਮੇਰਾ ਹੋਵੇ, ਉਹ ਵੀ ਹੋਵੇ। ਖਾਣੀ ਤਾਂ 2 ਵਕਤ ਦੀ ਰੋਟੀ ਹੈ ਜੀ। ਚਾਹੇ ਕੋਈ ਜਹਾਜ਼ ਲਈ ਜਾਂਦਾ, ਰੋਟੀ ਖਾਣੀ ਉਹਨੇ ਵੀ। ਮੈਂ ਕਹਿੰਦਾ ਲੋਕ ਕਹਿੰਦੇ ਗਰੀਬੀ ਮਾੜੀ ਹੈ, ਗਰੀਬੀ ਇੰਨੀ ਮਾੜੀ ਵੀ ਨਹੀਂ ਜਿੰਨੀ ਲੋਕ ਸਮਝਦੇ ਆ। ਗਰੀਬ ਬੰਦਾ ਸੌਂਦਾ ਜਾਂਦਾ ਆਰਾਮ ਨਾਲ, ਪੈਸੇ ਵਾਲਿਆਂ ਨੂੰ ਚੈਨ ਹੀ ਨਹੀਂ। ਕਿਉਂ? ਤਾਂ ਮੈਂ ਨਹੀਂ ਭਰਦੀ ਉਹਨਾਂ ਦੀ। ਉਹ ਟੱਕ ਵੀ ਖਰੀਦ ਗਿਆ, ਕੋਠੀ ਵੀ ਖਰੀਦ ਗਏ। ਰਹਿਣਾ ਤਾਂ ਉਸੇ ਇੱਕ ਕਮਰੇ 'ਚ ਹੀ ਹੈ ਜੀ, ਉਸੇ ਮੰਜੇ 'ਤੇ ਪੈਣਾ, ਇੱਕੋ ਕਮਰਾ ਵਾਧੂ ਹੈ। ਕੋਈ ਐਡੀ ਗੱਲ ਨਹੀਂ ਹੈਗੀ। ਮੈਂ ਕਦੇ ਨਹੀਂ ਸੋਚਿਆ ਵੀ ਉਹ ਪੈਸੇ ਵਾਲਾ ਤੇ ਮੈਂ ਇੱਦਾਂ ਦਾ।
ਮੈਂ ਤਾਂ ਅੱਜ ਵੀ ਐਂ ਕਹਿੰਦਾ ਵੀ ਵਧੀਆ ਜ਼ਿੰਦਗੀ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਨਹੀਂ, ਸੋਚ ਵੀ ਇਦਾਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਅਮੀਰੀ ਗਰੀਬੀ ਤਾਂ ਵੈਸੇ ਇੱਕ ਪਾੜਾ ਬਣਾਇਆ ਹੋਇਆ ਤੇ ਜਿਹੜੀ ਸ਼ਾਂਤੀ ਜਿਹੜੀ ਹੈ ਅਸਲ ਉਹ ਭਾਵੇਂ ਅਮੀਰੀ। ਤੇ ਅੱਜ ਦੇ ਜਿਹੜੇ ਹਾਲਾਤ ਹੈ, ਜੀ ਜੀ, ਹੋ ਟੱਬਰ ਲਈ ਤੂੰ ਕੁਫਰ ਤੋਲਦਾ ਹੈ, ਭੁੱਖਾ ਨੰਗਾ ਰਹਿ ਕੇ ਪੁੱਤਰ ਤੇਰਾ ਗੱਲ ਸਾਂਝੀ ਨਹੀਂ ਕਰਦਾ, ਮੰਜੇ ਤੇਰੇ ਤੇ ਬਹਿ ਕੇ ਸਾਰਾ ਦਿਨ ਭੱਜਿਆ ਫਿਰਦਾ ਹੈ। ਜਵਾਨ ਪੁੱਤ ਪਤਾ ਕਹਿੰਦੇ ਆ ਫਿਰਦਾ ਐਵੇਂ ਬੁੜਾ, ਐਂ ਕਹਿੰਦੇ ਨਾ। ਕੁਫਰ ਤੋਲਦਾ, ਠੱਗੀਆਂ ਮਾਰਦਾ, ਆਖਰ ਨੂੰ ਜਾਣਾ ਖਾਲੀ ਹੈ। ਬਿਲਕੁਲ ਜੀ। ਤੇ ਖਾਲੀ ਆਏ ਆ, ਖਾਲੀ ਜਾਣਾਗਾ। ਹੋ ਦੋ ਹੱਥ ਧਰਤੀ ਬੰਦਿਆ ਤੇਰੀ, ਕਾਹਦਾ ਕਰੇ ਹੰਕਾਰ, ਉਹ ਧਰੀ ਤੇਰਾ ਹੀ ਰਹਿ ਜੂ ਸੰਪਤੀ, ਕਰ ਲਾ ਸੱਚ ਵਪਾਰ। ਉਹ ਦੋ ਹੱਥ ਧਰਤੀ ਬੰਦਿਆ ਤੇਰੀ, ਕਾਹਦਾ ਕਰੇ ਹੰਕਾਰ, ਧਰੀ ਤੇਰਾ ਹੀ ਰਹਿ ਜੂ ਸੰਪਤੀ, ਧਰੀ ਤੇਰਾ ਹੀ ਰਹਿ ਜੂ ਸੰਪਤੀ, ਕਰ ਲਾ ਸੱਚ ਵਪਾਰ। ਬੈਂਕਾਂ ਦਾ ਪੈਸਾ ਬੈਂਕਾਂ 'ਚ ਹੀ ਰਹਿ ਜਾਣਾ। ਜੇ ਧੰਨ ਗੁਰੂ ਨਾਨਕ ਬਾਬਾ ਖੇਮ ਸਿੰਘ ਜੀ ਮਹਾਰਾਜ, ਉਹ ਕਹਿੰਦੇ ਹੁੰਦੇ ਸੀ ਭਾਈ ਜੇ 1 ਰੁਪਿਆ ਦਾਨ ਕਰੋਗੇ ਨਾ, 10 ਰੁਪਏ ਇੱਥੇ ਤੇ 70 ਰੁਪਏ ਰੱਬ ਦੀ ਕਚਹਿਰੀ ਮਿਲਦੇ ਨੇ, ਮਿਲਦੇ ਵੀ ਹੈ ਜੀ। ਅਸੀਂ ਸੇਵਾ ਕਿਉਂ ਕਰਦੇ ਹਾਂ? ਜ਼ਮੀਨਾਂ ਠੇਕੇ ਤਾਂ ਮੈਂ ਵੀ ਲੈ ਸਕਦਾ, ਪਰ ਕੋਈ ਐਡੀ ਬਹੁਤੀ ਗੱਲ ਨਹੀਂ। ਜ਼ਮੀਨ ਮੇਰੇ ਕੋਲ ਹੈਗੀ ਆਪਦੇ ਕੋਲੇ, 2 ਸਟੇਟਾਂ ਦੀ ਪੈੜੀ ਨਾ ਹੈ ਮੇਰੇ, ਜੀ ਜੀ ਜੀ, ਰਾਜਸਥਾਨ ਔਰ ਪੰਜਾਬ। ਵੀ ਮੈਂ ਤਾਂ ਇਹੀ ਸੋਚਦਾ ਹੁੰਦਾ ਵੀ ਠੇਕੇ ਤੇ ਲੈਣ ਵਾਲੇ ਵੀ ਕਦੇ ਆਪਣੇ ਪੈਰਾਂ ਤੇ ਕਹਾੜਾ ਨਾ ਵੱਜ ਜੇ, ਵੀ ਜਿਹੜੀ ਹੈਗੀ ਪਿਓ ਦਾਦੇ ਦੀ ਕਿਤੇ ਉਹ ਵੀ ਨਾ ਨਿਕਲ ਜੇ। ਕਿਉਂਕਿ ਹੁਣ ਜਿਹੜੇ ਜ਼ਿਮੀਂਦਾਰ ਸਾਡੇ ਕੋਲ 70-72 ਨੂੰ ਜ਼ਮੀਨਾਂ ਲੈਂਦੇ, ਠੀਕ ਹੈ ਮੈਂ ਮੰਨਦਾ ਵੀ ਕੰਮ ਹੈ ਨਹੀਂ, ਕੰਮ ਇਹ ਵੀ ਨਹੀਂ ਹੈ ਫਾਹਾ ਲੋਟੀਆਂ ਚੱਕ ਕੇ। ਲੁਧਿਆਣੇ ਜ਼ਿਲ੍ਹੇ 'ਚ 40,000 ਨੂੰ ਹੈ ਰੇਟ, ਇੱਥੇ ਬਠਿੰਡੇ 'ਚ 70-75 ਨੂੰ ਹੈ। ਮੈਂ ਬਥੇਰਿਆਂ ਨੂੰ ਕਹਿੰਦਾ ਵੀ 70-75 ਰੁਪਏ ਲਾ ਕੇ ਤੁਹਾਨੂੰ ਕੀ ਬਚਦਾ ਹੈ? ਆਖਰ ਨੂੰ ਬਚਣਾ ਤਾਂ ਇਹੀ ਹੈ ਵੀ ਜਿਹੜੀ 2 ਕਿੱਲੇ ਆ ਉਹਦੇ ਬਾਪ ਦੀ ਆ, ਉਹ ਵੀ ਨਾ ਜਾਵੇ ਕਿਤੇ। ਬਿਲਕੁਲ, ਇਹੀ ਹੈ। ਸੋ ਤੁਸੀਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਸ਼ਰਾਬ ਦੇ ਉੱਤੇ ਵੀ ਗੀਤ ਲਿਖੇ, ਹਾਂਜੀ। ਤੇ ਕਿਹੜਾ ਗੀਤ ਸੁਣਾਓਗੇ ਫਿਰ? ਹਾਂ ਸੁਣਾਉਣਾ ਜੀ ਮੈਂ ਤੁਹਾਨੂੰ ਸ਼ਰਾਬ ਤੇ। ਨੀ ਮੈਨੂੰ ਪੀ ਗਏ ਗਮ ਬੋਤਲੇ, ਮੈਂ ਤੈਨੂੰ ਪੀ ਗਿਆ, ਨੀ ਮੈਨੂੰ ਪੀ ਗਏ ਗਮ ਬੋਤਲੇ, ਮੈਂ ਤੈਨੂੰ ਪੀ ਗਿਆ, ਕੋਈ ਕਹੇ ਮਾੜਾ ਮੈਨੂੰ, ਨੀ ਕੋਈ ਕਹੇ ਮਾੜਾ ਤੈਨੂੰ, ਦੱਸ ਇਹਨਾਂ ਲੋਕਾਂ ਦਾ ਕੀ ਗਿਆ, ਨੀ ਮੈਨੂੰ ਪੀ ਗਏ ਗਮ ਬੋਤਲੇ, ਮੈਂ ਤੈਨੂੰ ਪੀ ਗਿਆ, ਦਿਲ ਤਾਂ ਕਰੇ ਨੀ ਮੇਰਾ ਵੀ, ਤੈਨੂੰ ਕਦੇ ਵੀ ਨਾ ਹੱਥ ਲਾਵਾਂ ਨੀ, ਜ਼ਖਮਾਂ ਤੇ ਛਿੜਕਦੇ ਨਾਮ ਕਿਨੇ ਲੋਕੀ, ਦੱਸ ਬੋਤਲੇ ਮੈਂ ਕਿਧਰ ਨੂੰ ਜਾਵਾਂ ਨੀ, ਬੜੇ ਫੱਟ ਡੂੰਘੇ ਜ਼ਖਮਾਂ ਦੇ ਨੀ ਮੈਂ ਰੋਂਦਾ ਕਰ ਲਾਉਂਦਾ, ਚੁੱਪ ਕਰਕੇ ਹੀ ਸੀ ਗਿਆ, ਨੀ ਮੈਨੂੰ ਪੀ ਗਏ ਗਮ ਬੋਤਲੇ, ਮੈਂ ਤੈਨੂੰ ਪੀ ਗਿਆ, ਨੀ ਮੈਨੂੰ ਪੀ ਗਏ ਗਮ ਬੋਤਲੇ, ਮੈਂ ਤੈਨੂੰ ਪੀ ਗਿਆ। ਬਿਲਕੁਲ, ਕੀ ਬਾਤ ਹੈ, ਬਹੁਤ ਵਧੀਆ ਲਿਖਿਆ ਤੁਸੀਂ। ਜਿੰਨਾ ਦੀ ਤੁਸੀਂ ਕਲਮ ਹੈਗੀ ਹੈ ਤੁਹਾਡੀ, ਤੇ ਆਪਣੇ ਆਪ ਦੇ ਵਿੱਚ ਇੱਕ ਬੜੀ ਸੋਚ ਉੱਚੀ ਤੇ ਸ਼ਬਦਾਵਲੀ ਵੀ ਹੋਣੀ ਚਾਹੀਦੀ ਹੈ ਬੰਦੇ ਦੇ ਕੋਲੇ, ਕਲਾ ਵੀ ਹੋਣੀ ਚਾਹੀਦੀ ਹੈ। ਤੁਸੀਂ ਪੜ੍ਹੇ ਬੇਸ਼ੱਕ 10 ਜਮਾਤਾਂ ਹੈਗੀ ਹੋ, ਪਰ ਤੁਹਾਡੀ ਲੇਖਣੀ ਤੋਂ ਨਹੀਂ ਲੱਗ ਰਿਹਾ ਕਿ ਤੁਸੀਂ 10 ਜਮਾਤਾਂ ਪੜ੍ਹੇ ਹੋਗੇ ਹੋ, ਤੇ ਇੰਨੇ ਗੀਤ ਲਿਖਣੇ ਵੀ ਕੋਈ ਸੌਖੀ ਗੱਲ ਨਹੀਂ ਹੈਗੀ। ਤੇ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਭੰਗੜੇ ਦੇ ਵੀ ਸ਼ੌਕੀਨ ਹੈਗੇ, ਭੰਗੜਾ ਵੀ ਪਾਇਆ ਤੇ ਭੰਗੜੇ ਦੇ ਉੱਤੇ ਗੀਤ ਵੀ ਲਿਖੇ, ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਤੁਸੀਂ ਕੋਈ ਗੀਤ ਲਿਖਿਆ? ਹਾਂਜੀ, ਬਹੁਤ ਜ਼ਿਆਦਾ। ਤੇ ਸੁਣਾਓਗੇ ਸਾਡੇ ਦਰਸ਼ਕਾਂ ਨੂੰ? ਜ਼ਰੂਰ ਜੀ। ਮੈਂ ਦੇਖੋ ਜੀ, ਅੱਜ ਕੱਲ੍ਹ ਮੈਂ ਤਾਂ ਮੈਟ੍ਰਿਕ ਕੀਤੀ ਹੈ, ਮੈਂ ਗ੍ਰੈਜੂਏਟ ਬੰਦਿਆਂ ਨੂੰ ਵੀ ਬਥੇਰਿਆਂ ਨੂੰ ਟੱਕਰਦਾ ਰਹਿੰਦਾ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਪੰਜਾਬੀ ਮਾਂ ਬੋਲੀ ਦੇ ਸਪੈਲਿੰਗ ਕਿੰਨੇ, ਅੱਖਰ ਕਿੰਨੇ ਆ? ਕੋਈ ਆਖੂ 24 26, ਕੋਈ ਆਖੂ 36। ਮੈਂ ਕਿਹਾ ਯਾਰ ਤੁਸੀਂ ਗ੍ਰੈਜੂਏਟ ਹੈ? ਕਹਿੰਦੇ ਹਾਂ ਗ੍ਰੈਜੂਏਟ ਹੈ। ਮੈਨੂੰ ਐ ਨਹੀਂ ਸੀ ਪਤਾ ਵੀ ਗ੍ਰੈਜੂਏਟ ਹੁੰਦਾ ਕੀ ਹੈ, ਪਹਿਲਾਂ ਮੈਨੂੰ ਪਤਾ ਨਹੀਂ ਸੀ ਵੀ ਕਿਹਨੂੰ ਕਹਿੰਦੇ ਆ। ਹੌਲੀ ਹੌਲੀ ਮੈਨੂੰ ਪਤਾ ਲੱਗਿਆ ਵੀ BA ਨੂੰ ਗ੍ਰੈਜੂਏਟ ਕਹਿੰਦੇ ਆ। ਠੀਕ ਹੈ ਜੀ। ਅੱਜ ਤੋਂ 10-15 ਪਿੱਛੇ 20 ਸਾਲ 15-20 ਸਾਲ ਪਤਾ ਨਹੀਂ ਸੀ ਮੈਨੂੰ ਵੀ ਗ੍ਰੈਜੂਏਟ ਕੀ ਹੁੰਦਾ। ਤੇ
ਮੈਂ ਕਿਹਾ ਇਹਨਾਂ ਨੂੰ 35 ਦਾ ਨਹੀਂ ਪਤਾ ਇਹ ਕੀ ਗ੍ਰੈਜੂਏਸ਼ਨ ਨੇ। ਜੀ ਜੀ ਜਦੋਂ ਸਾਨੂੰ ਜਿਹੜੀ ਮਿੱਟੀ 'ਚੋਂ ਪੈਦਾ ਹੋਏ ਆ, ਜਿਹੜੀ ਮਾਂ ਨੇ ਜਨਮ ਦਿੱਤਾ, ਸਾਨੂੰ ਇਹ ਨਹੀਂ ਪਤਾ ਵੀ ਉਹ ਹੈ ਕੌਣ। ਤੁਹਾਡੀ ਗ੍ਰੈਜੂਏਸ਼ਨ ਕਾਹਦੀ ਫਿਰ? ਫਿਰ ਮੈਂ ਸੁਣਾਉਣਾ ਹੁਣ ਵੀ ਮਹਾਂ ਜੀ 35 ਹੁੰਦੇ ਨੇ। ਕੀ ਬਾਤ ਹੈ। ਤੇ ਮੈਂ 35 ਤੇ ਗੀਤ ਲਿਖਿਆ। ਫਿਰ ਮੈਂ ਬਾਘਾ ਪੁਰਾਣਾ ਅੱਡੇ ਦੇ ਵਿੱਚ ਸੀਗਾ, ਮੈਂ ਬਾਘਾ ਪੁਰਾਣਾ ਅੱਡੇ 'ਚ ਖੜ੍ਹ ਕੇ ਮੈਂ ਗੀਤ ਲਿਖਿਆ। ਮੋਗਾ ਦੇ ਵਿੱਚ ਹੈ? ਹਾਂਜੀ, ਅੱਡੇ 'ਚ ਹੀ ਖੜ੍ਹ ਕੇ ਲਿਖਿਆ ਮੈਂ। ਬੇ ਮੈਂ 35 ਅੱਖਰਾਂ ਚੋਂ ਬਾਣੀਆਂ, ਪੰਜਾਬੀ ਵਿਰਸੇ ਦੀ ਮਾਂ ਵੇ ਬੋਲੀ। ਬੇ ਮੈਂ 35 ਅੱਖਰਾਂ ਚੋਂ ਬਾਣੀਆਂ, ਪੰਜਾਬੀ ਵਿਰਸੇ ਦੀ ਮਾਂ ਵੇ ਬੋਲੀ। ਹੋ ਕੇ ਤੂੰ ਗੁਲਾਮ ਗੋਰਿਆਂ ਕਾ ਤੋਂ ਜਾਣੇ ਵੇਰੋਲੀ। ਬੇ ਮੈਂ 35 ਅੱਖਰਾਂ ਚੋਂ ਬਾਣੀਆਂ, ਪੰਜਾਬੀ ਵਿਰਸੇ ਦੀ ਮਾਂ ਵੇ ਬੋਲੀ। ਮੈਨੂੰ ਗੁਰੂ ਸਾਹਿਬਾਨਾਂ ਅਪਣਾਇਆ ਵੇ, ਮੈਂ ਆਪਣੇ ਹੀ ਸ਼ਬਦਾਂ ਨਾਲ ਸਾਹਿਬ ਗੁਰੂਆਂ ਦੀ ਬਾਣੀ ਨੂੰ ਫਰਮਾਇਆ ਵੇ। ਸਾਹਿਬ ਗੁਰੂਆਂ ਦੀ ਬਾਣੀ ਦੇ ਅੰਗਾਂ ਨਾਲ ਪਾਠ ਹੋਵੇ ਲਾਵਾਂ ਦਾ, ਤੇ ਬਿਨ ਲਾਵਾਂ ਤੁਰੇ ਨਾ ਡੋਲੀ, ਤੇ ਬਿਨ ਲਾਵਾਂ ਤੁਰੇ ਨਾ ਡੋਲੀ। ਬੇ ਮੈਂ 35 ਅੱਖਰਾਂ ਚੋਂ ਬਾਣੀਆਂ, ਪੰਜਾਬੀ ਵਿਰਸੇ ਦੀ ਮਾਂ ਵੇ ਬੋਲੀ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਖੂਬ ਭਾਜੀ ਤੁਸੀਂ ਲਿਖਿਆ। ਤੇ ਆਪਣੇ ਆਪ ਦੇ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਲੱਗ ਗਿਆ ਹੋਊਗਾ, ਤੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਸੀਗਾ। ਤੇ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਕਿ ਜਿੱਦਾਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਬਹੁਤ ਸਾਰੇ ਕਲਾਕਾਰਾਂ ਦੀਆਂ ਆਵਾਜ਼ਾਂ ਵੀ ਕੱਢ ਲੈਂਦੇ ਹੋ, ਤੇ ਉਹ ਕਲਾਕਾਰ ਕਿਹੜੇ ਕਿਹੜੇ ਨੇ, ਕੀ ਕੀ ਨਾਂ ਨੇ ਉਹਨਾਂ ਦੇ? ਮੇਜਰ ਰਾਜਸਥਾਨੀ ਸਰ। ਮੇਜਰ ਰਾਜਸਥਾਨੀ। ਹੋਰ ਜੀ? ਧਰਮਪ੍ਰੀਤ। ਧਰਮਪ੍ਰੀਤ। ਅੱਗੇ ਜੀ? 3-4 ਨਵੇਂ ਆ ਜੀ, ਮੈਨੂੰ ਨਾਂ ਨਹੀਂ ਆਉਂਦਾ ਉਹਨਾਂ ਦਾ। ਪਾਕਿਸਤਾਨੀ ਫਨਕਾਰ ਵੀ? ਹਾਂ, ਪਾਕਿਸਤਾਨੀ ਆਲਮਗੀਰ। ਅੱਛਾ ਜੀ। ਤੇ 3-4 ਹੋਰ ਨੇ ਨਵੇਂ, ਜਿਵੇਂ ਬਲਕਾਰ ਸਿੱਧੂ ਦੀ ਆਵਾਜ਼ ਲਾ ਦਿੰਦਾ ਮੈਂ 50-60%, ਜ਼ਿਆਦਾ ਨਹੀਂ ਲੱਗਦੀ ਮੈਥੋਂ। ਅੱਛਾ ਅੱਛਾ। ਜ਼ਿਆਦਾ 100% ਆਵਾਜ਼ ਤਾਂ ਮੈਂ ਇਹਨਾਂ ਦੀ ਲਾਉਣਾ, ਰਾਜਸਥਾਨੀ ਤੇ ਮੇਜਰ ਧਰਮਪ੍ਰੀਤ ਦੀ। ਲਾਇਓ ਜੀ ਉਹਨਾਂ ਦੀ ਆਵਾਜ਼। ਹਾਂਜੀ। ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ, ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ, ਉਹਨੂੰ ਯਾਦ ਤਾਂ ਜ਼ਰੂਰ, ਉਹਨੂੰ ਯਾਦ ਤਾਂ ਜ਼ਰੂਰ। ਉਹਦੇ ਗਲ ਨੂੰ ਮੈਂ ਗਾਨੀ, ਜਿਹੜੀ ਦਿੱਤੀ ਸੀ ਨਿਸ਼ਾਨੀ, ਉਹਦੀ ਹਿੱਕ ਨਾਲ ਜਦੋਂ ਟਕਰਾਉਂਦੀ ਹੋਵੇਗੀ, ਉਹਨੂੰ ਯਾਦ ਤਾਂ ਜ਼ਰੂਰ, ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ, ਉਹਨੂੰ ਯਾਦ ਤਾਂ ਜ਼ਰੂਰ, ਉਹਨੂੰ ਯਾਦ ਤਾਂ ਜ਼ਰੂਰ। ਧਰਮਪ੍ਰੀਤ। ਧਰਮਪ੍ਰੀਤ ਆਇਆ ਜੀ, ਮੈਂ ਗੀਤ ਜਿੰਨੇ ਵੀ ਲਿਖਦਾ, ਮੈਂ ਕਿਸੇ ਧੀ ਭੈਣ ਦੀ ਗਲਤ ਗੱਲ ਨਹੀਂ ਕਰਦਾ। ਜਿਵੇਂ ਲੋਕੀ ਗੜਾਸਿਆਂ ਦੇ ਜਾਂ ਕੋਈ ਸਾਡੀ ਸਿਰ ਤੇ ਪੰਜਾਬ ਦੀ ਚੁੰਨੀ ਦੀ ਗਲਤ ਗੱਲ ਕਰੀਏ, ਅਸੀਂ ਧੀਆਂ ਭੈਣਾਂ ਸਾਡੇ ਘਰ ਵੀ ਹੈ, ਗਰੀਬ ਦੀ ਅਮੀਰ ਦੀ ਜੋ ਵੀ ਹੈ, ਸਾਨੂੰ ਸਭ ਦੀ ਧੀ ਭੈਣ ਇੱਕ ਲੱਗਦੀ ਹੈ। ਅਸੀਂ ਕਦੇ ਇਹ ਨਹੀਂ ਸੋਚਿਆ ਵੀ ਉਹ ਮੇਰੀ ਆ ਸਾਡੀ ਹੈ। ਜੀ ਜੀ। ਚਾਹੇ ਦੁਸ਼ਮਣ ਵੈਰੀ ਦੀ ਕਿਉਂ ਨਾ ਹੋਵੇ, ਧੀ ਭੈਣ ਸਾਡੀ ਸਾਰਿਆਂ ਦੀ ਸਾਂਝੀ ਹੈ। ਮੈਂ ਇਹੋ ਜਿਹਾ ਗੀਤ ਲਿਖਦਾ ਹੀ ਨਹੀਂ। ਜੀ ਜੀ। ਮੈਂ ਗੀਤ ਲਿਖਿਆ ਕੁੜੀ ਤੇ। ਕਿਸੇ ਗਰੀਬ ਘਰ ਦੀ ਕੁੜੀ ਉਮਰ 31-32 ਸਾਲ ਦੀ ਹੋ ਗਈ, ਤੇ ਕੁੜੀ ਦੀ ਇੱਜ਼ਤ ਵੀ ਸੋਨੇ ਵਰਗੀ ਹੈ। ਲੋਕੀ ਤਾਨੇ ਮਿਹਣੇ ਮਾਰਦੇ ਆ ਵੀ ਇਹ ਦਹਾਜੂ ਹੈ। ਦਹਾਜੂ ਦਾ ਮਤਲਬ ਸਮਝਦੇ ਤੁਸੀਂ ਵੀ ਦੂਜੀ ਵਾਰ ਵਿਆਹੀ। ਦੂਜੀ ਵਾਰ ਮਾਂ ਪਿਓ ਵੀ ਸੋਚਦਾ ਵੀ ਮੈਂ ਕਿੱਦਾਂ ਵਿਆਹਾਂ, ਗਰੀਬੀ ਆ, ਕਦੇ ਫਸਲ ਮਰ ਗਈ, ਕਦੇ ਕੋਈ ਮਹਿੰਗਾ ਮਰ ਗਈ, ਸੋਚਦਾ ਵੀ ਕਿਵੇਂ ਵਿਆਹੀਏ। ਜਦੋਂ ਉਹਨੂੰ ਸੋਚਦਾ ਕੋਈ ਨਾ ਕੋਈ ਪੰਗਾ ਪੈ ਜਾਂਦਾ। ਤੇ ਕੁੜੀ ਇਹ ਸੋਚਦੀ ਆ ਉਹ ਵੀ ਸੱਚੇ ਪਾਤਸ਼ਾਹ ਕਦੇ ਮੇਰੀ ਵੀ ਡੋਲੀ ਤੁਰੂਗੀ, ਲੋਕਾਂ ਦੀਆਂ ਰੋਜ਼ ਡੋਲੀਆਂ ਤੁਰਦੀਆਂ, ਕਦੇ ਮੇਰੀ ਵੀ ਚੜੂਗੀ ਡੋਲੀ। ਪਰ ਜਦੋਂ ਹੁਕਮ ਹੀ ਨਹੀਂ ਜਾਦੇ, ਹੁਕਮ ਨਾਲ ਡੋਲੀ ਕਿੱਥੇ ਤੁਰਦੀ ਹੈ। ਧੱਕੇ ਜਿਹੜੇ ਲਿਖਿਆ ਉਹ ਵੀ ਤਾਂ ਖਾਣੇ ਆ ਨਾ। ਉੱਥੇ ਫਿਰ ਮੈਂ ਲਿਖਿਆ, ਲੋਕੀ ਉਹਨੂੰ ਕਹਿੰਦੇ ਦਹਾਜੂ, ਉਹ ਕਹਿੰਦੀ ਮੈਂ ਕੋਈ ਦਹਾਜੂ ਨਹੀਂ, ਵੀ ਮੈਨੂੰ ਮੂੰਹ ਤੇ ਕਹੇ ਕੋਈ ਦਹਾਜੂ ਫਿਰ ਪੁੱਛਾਂ ਮੈਂ ਲੋਕਾਂ ਨੂੰ। ਐਂ ਤਾਂ ਲੋਕੀ ਗਾਲਾਂ ਕੱਢੀ ਜਾਂਦੇ ਆ, ਕੱਢੀ ਜਾਣ, ਸਵਾਦ ਤਾਂ ਮੂੰਹ ਤੇ ਆਉਂਦਾ ਜੀ ਗੱਲ ਕਹੇ ਕੋਈ। ਇਹ ਤਾਂ ਹੈ। ਗਰੀਬੀਆਂ ਮੇਰੀਆਂ ਤਾਂ ਸਤਿਗੁਰ ਦੀ ਦੇਣ ਹੈ, ਇਹ ਕੋਈ ਏਡੀ ਗੱਲ ਨਹੀਂ ਹੈਗੀ। ਤੇ ਉਹ ਮੈਂ ਗੀਤ ਸੁਣਾਵਾਂ ਤੁਹਾਨੂੰ। ਦੁੱਖ ਜਿੰਨਾ ਨੇ ਦੇਖੇ ਨੀ, ਉਹ ਕੀ ਜਾਣਨ ਦਰਦਾਂ ਨੂੰ, ਹੁਣ ਤਾਂ ਪੁੱਤਰਾਂ ਵਾਲੇ ਵੀ ਹਾਏ ਮੰਗਦੇ
ਧੀ ਦੇ ਬਾਬਲ ਦੀਆਂ ਪਟਵਾਰੀ ਫਰਦਾਂ ਨੂੰ ਆਪੇ ਵਿਛੜੇ ਕਿਤੇ ਮਿਲਾਊ ਸਤਿਗੁਰ ਮੇਰਾ ਆਪੇ ਵਿਛੜੇ ਕਿਤੇ ਮਿਲਾਊ ਸਤਿਗੁਰ ਮੇਰਾ ਮੈਂ ਵੀ ਡਿੱਗਾਂ ਦਰ ਸਿਰੀ ਪੁੱਛੋ ਸਾਹਿਬ ਦੇ ਹੋ ਕੇ ਪੈਰਾਂ ਤੋਂ ਹੋ ਨੰਗੀ ਵੇ ਲੋਕੀ ਤਾਂ ਮੈਨੂੰ ਕਹਿਣ ਦਹਾਜੂ ਨਾ ਮੈਂ ਵਿਆਹੀ ਨਾ ਮੈਂ ਮੰਗੀ ਵੇ ਲੋਕੀ ਤਾਂ ਮੈਨੂੰ ਕਹਿਣ ਦਹਾਜੂ ਨਾ ਮੈਂ ਵਿਆਹੀ ਨਾ ਮੈਂ ਮੰਗੀ ਵੇ ਉਮਰ ਤਾਂ ਮੇਰੀ ਵੀ ਹੈ ਪੂਰੀ 31-32 ਵੇ ਪਰ ਬਾਪੀ ਆਪਣੀ ਦੀ ਪਗੜੀ ਨੂੰ ਮੈਂ ਦਿੱਤੀ ਕਦੇ ਨਾ ਲੱਗਣ ਬਾਤਤੀ ਵੇ ਅਤ ਗਰੀਬੀ ਕੇਰਾ ਪਾਇਆ ਕੀ ਦੱਸਾਂ ਤੈਨੂੰ ਮੈਂ ਚਮਕੌਰ ਸਿੱਧੂ ਗਾਵੇ ਹਾਏ ਬਾਪੀ ਆਪਣੀ ਦੀ ਤੰਗੀ ਵੇ ਲੋਕੀ ਤਾਂ ਮੈਨੂੰ ਕਹਿਣ ਦਹਾਜੂ ਨਾ ਮੈਂ ਵਿਆਹੀ ਨਾ ਮੈਂ ਮੰਗੀ ਵੇ ਲੋਕੀ ਤਾਂ ਮੈਨੂੰ ਕਹਿਣ ਦਹਾਜੂ ਨਾ ਮੈਂ ਵਿਆਹੀ ਨਾ ਮੈਂ ਮੰਗੀ ਵੇ ਖੌਰੇ ਕਿਹੜੇ ਚੰਦਰੇ ਨੇ ਲੁੱਤੀ ਲਾਈ ਵੇ ਜਿਹੜੇ ਦੱਸਣ ਧੀ ਭੈਣ ਕੁਮਾਰੀ ਨੂੰ ਹਾਏ ਮੈਂ ਮਰ ਜਾਂ ਦੂਜੀ ਵਾਰ ਵਿਆਹੀ ਵੇ ਮੂੰਹ ਤੇ ਕੋਈ ਕਹੇ ਦਹਾਜੂ ਮੈਂ ਤਾਂ ਸੇਮੀ ਵਾਲਿਆ ਪੱਟਦਿਆਂ ਉਹਦੀ ਸੰਗੀ ਵੇ ਲੋਕੀ ਤਾਂ ਮੈਨੂੰ ਕਹਿਣ ਦਹਾਜੂ ਨਾ ਮੈਂ ਵਿਆਹੀ ਨਾ ਮੈਂ ਮੰਗੀ ਵੇ ਨਾ ਮੈਂ ਮੰਗੀ ਵੇ ਇਹਦੇ ਵਿੱਚ ਮਾੜਾ ਵੀ ਕੀ ਆ ਮੈਨੂੰ ਤੂੰ ਹੀ ਦੱਸ ਦੇ ਸਿੱਧੂ ਗਾਵੇ ਜੇ ਕੋਈ ਦੋ ਸਿਰ ਜੁੜਦਿਆਂ ਨੂੰ ਜੋੜ ਦੇਵੇ ਤੇ ਵਸਣਾ ਚਾਹੇ ਤੇ ਫਿਰ ਵਸ ਜੇ ਰੰਗੀ ਵੇ ਲੋਕੀ ਤਾਂ ਮੈਨੂੰ ਕਹਿਣ ਦਹਾਜੂ ਨਾ ਮੈਂ ਵਿਆਹੀ ਨਾ ਮੈਂ ਮੰਗੀ ਵੇ ਹੈ ਨਾ ਮੈਂ ਮੰਗੀ ਵੇ ਵਾਹ ਜੀ ਵਾਹ ਬਹੁਤ ਖੂਬ ਸੋ ਚਮਕੌਰ ਸਿੱਧੂ ਜੀ ਜਾਂ ਤੁਸੀਂ ਲਿਖੇ ਨੇ ਗੀਤ ਤੇ ਗੀਤ ਸਾਰੇ ਕਾਇਮ ਹੈਗੇ ਨੇ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਹੈ ਕਿੰਨੇ ਜੀਓ ਤੁਸੀਂ ਦੇਖੋ ਜੀ ਪਿਓ ਮੇਰਾ ਅੰਬਲੀ ਸੀਗਾ ਮਾਂ ਮੇਰੀ ਕੰਬਲੀ ਹੈ ਭੈਣ ਭਰਾ ਮੇਰੀ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਭੈਣਾਂ ਜਿਹੜੀਆਂ ਮੇਰੀਆਂ ਬਹੁਤ ਤਕੜੇ ਘਰਾਂ 'ਚ ਹੈ ਸਾਡੇ ਤੇ ਜਦੋਂ ਮੁਕੱਦਮਾ ਪੈ ਗਿਆ ਫਿਰ ਇਸ ਕਰਕੇ ਉਹ ਸਭ ਪਿੱਛੇ ਹਟ ਗਏ ਤੁਹਾਨੂੰ ਪਤਾ ਹੀ ਹੈ ਜਦੋਂ ਵਕਤ ਪੈਂਦਾ ਸਾਰੀ ਦੁਨੀਆ ਪਿੱਛੇ ਹਟ ਜਾਂਦੀ ਹੈ ਮੁਕੱਦਮਾ ਤੁਸੀਂ ਵਾਰ-ਵਾਰ ਮੁਕੱਦਮਾ ਸ਼ਬਦ ਵਰਤ ਰਹੇ ਹੋ ਤੇ ਕੀ ਤੁਹਾਨੂੰ ਕਿਸ ਚੀਜ਼ ਦਾ ਮੁਕੱਦਮਾ ਸੀ ਤੇ ਕਿਸ ਤਰ੍ਹਾਂ ਉਸ ਮੁਕੱਦਮੇ ਨੂੰ ਤੁਹਾਨੂੰ ਹਲੂਣ ਕੇ ਰੱਖ ਦਿੱਤਾ ਮੁਕੱਦਮਾ ਅਚਾਨਕ ਹੀ ਪੈ ਗਿਆ ਜੀ ਬਸ ਕਤਲ ਦਾ ਮੁਕੱਦਮਾ ਅਚਾਨਕ ਹੀ ਪੈ ਗਿਆ ਸੀ ਮੇਰੇ ਤੇ ਅੱਛਾ ਕੁੱਟ ਬਹੁਤ ਪੈ ਗਈ ਸੀ ਮੇਰੇ ਤੇ ਬਹੁਤ ਜ਼ਿਆਦਾ ਤੇ ਬਸ ਟਾਈਮ ਟਪਾ ਲਿਆ ਜਿੱਦਾਂ ਟੱਪਿਆ ਉਸ ਮੁਕੱਦਮੇ ਤੁਹਾਨੂੰ ਸਜ਼ਾ ਵੀ ਹੋਈ ਫਿਰ ਹਾਂਜੀ ਮੈਨੂੰ 27 ਸਾਲ ਕੈਦ ਹੋਈ ਵੀ ਹੈ ਮੈਂ ਬੇਲ ਤੇ ਬਾਹਰ 7 ਸਾਲ ਮੈਂ ਲਾਈ ਸੈਂਟਰ ਜੇਲ੍ਹ ਬਠਿੰਡਾ ਜੀ ਤੇ ਜੋ ਸਜ਼ਾ ਹੋਈ ਉਸ ਤੋਂ ਬਾਅਦ ਜ਼ਿੰਦਗੀ ਬਦਲ ਗਈ ਟੋਟਲੀ ਅੱਜ ਕੀ ਮਹਿਸੂਸ ਕਰਦੇ ਉਸ ਤੋਂ ਬਾਅਦ ਸਜ਼ਾ ਮੈਂ ਕੱਟੀ ਜਦ ਮੈਂ ਬਾਹਰ ਆਇਆ ਜੀ ਮੈਂ ਜੇਲ੍ਹ ਤੋਂ ਵੀ ਜ਼ਿਆਦਾ ਤੰਗ ਹੋ ਗਿਆ ਕਿਉਂਕਿ ਮੇਰਾ ਬਲੱਡ ਉੱਡ ਗਿਆ ਸਾਰਾ ਹੀ 3.8 ਬਲੱਡਰ 'ਚ ਮੈਂ 4 ਸਾਲ ਮੰਜੇ 'ਤੇ ਪਿਆ ਰਿਹਾ ਨਾ ਕੋਈ ਪੈਸਾ ਸੀ ਮੇਰੇ ਕੋਲ ਇਲਾਜ ਕਰਾਉਣ ਨੂੰ ਤੁਹਾਨੂੰ ਦੱਸਿਆ ਵੀ ਰਿਸ਼ਤੇਦਾਰ ਤਾਂ ਪਹਿਲੇ ਭੱਜ ਗਏ ਸੀਗੇ ਜਵਾਕ ਨਿਆਣੇ ਸੀ ਮਾਂ ਬੁੱਢੀ ਮੇਰੀ ਬੁੱਢਾ ਸੀਗਾ ਉਹ ਵੀ 19 ਵਿੱਚ ਚੱਲ ਗਿਆ ਹੁਣ ਤਾਂ ਸਾਥ ਛੱਡ ਕੇ ਸਾਰੇ ਜਦੋਂ ਫਿਰ ਮੈਂ ਮੰਜੇ 'ਚ ਵਿਲਕਦਾ ਰਿਹਾ ਮੈਂ ਸਰਕਾਰੀ ਹਸਪੀਟਲ ਤੋਂ ਮੈਂ ਖੂਨ ਦੀਆਂ ਬੋਤਲ ਲਵਾਈਆਂ 28 ਮਤਲਬ ਜਦੋਂ ਬੋਤਲ ਲਾਉਂਦੇ ਸੀ ਦੋ ਤਿੰਨ ਮਹੀਨੇ ਸੌਖੇ ਟੱਪ ਜਾਂਦੇ ਸੀ ਕੰਮ ਤਾਂ ਕੋਈ ਹੁੰਦਾ ਨਹੀਂ ਸੀ ਬਸ ਮੰਜੇ 'ਚ ਪੈ ਰਹਿੰਦੇ ਸੀ ਤੇ
ਹੌਲੀ ਹੌਲੀ ਫਿਰ ਮੈਂ ਜਦੋਂ ਪਿਸ਼ਾਬ ਵੀ ਬਿਲਕੁਲ ਬੰਦ ਹੋ ਗਿਆ, ਪਿਸ਼ਾਬ ਆਉਣਾ ਹਟ ਗਿਆ, ਖੂਨ ਵੀ ਉੱਡ ਗਿਆ, ਪਿਸ਼ਾਬ ਵੀ ਆਉਣੋਂ ਹਟ ਗਿਆ। ਫਿਰ ਮੈਂ ਦੇਸ਼ ਯੂਨੀਵਰਸਿਟੀ ਗਿਆ, ਇਹਨਾਂ ਨੇ ਮੈਨੂੰ ਬਹੁਤ ਘੱਟ ਖਰਚੇ 'ਤੇ ਮੇਰਾ ਆਪਰੇਸ਼ਨ ਕੀਤਾ। ਰੁਪਈਆ ਤਾਂ ਲੱਗ ਗਿਆ ਸਾਰਾ 65,000 ਰੁਪਈਆ, ਕਿਉਂਕਿ 30,000 ਰੁਪਏ ਤਾਂ ਰਿਪੋਰਟਾਂ ਹੀ ਖਾ ਗਈਆਂ ਤੇ 30-32,000 ਰੁਪਏ ਹੋਣ ਲੱਗ ਗਿਆ। ਫਿਰ ਖੂਨ ਦਾ ਸੀ ਜਿਹੜਾ ਸਰਕਲ, ਉਹ ਕਾਲੇ ਵਾਲੇ ਤੋਂ ਮੈਂ ਆਪਰੇਸ਼ਨ ਕਰਾਇਆ, 12-15,000 ਉਹ ਦਿੱਤਾ। ਫਿਰ ਵੀ ਮੈਂ ਸਹੀ ਨਾ ਹੋਇਆ, ਜਦੋਂ ਪਿਸ਼ਾਬ ਤਾਂ ਆਉਣ ਲੱਗਿਆ, ਖੂਨ ਵੀ ਚੱਲ ਪਿਆ, ਹਟ ਗਿਆ, ਬੰਦ ਹੋ ਗਿਆ। ਫਿਰ ਵੀ ਉਹ ਸਹੀ ਨਾ ਹੋਇਆ। ਫਿਰ ਮੈਂ ਇੱਕ ਮੈਡੀਕਲ ਗਿਆ ਪੁੱਛੋ, ਮੈਂ ਕਿਹਾ ਮੇਰੇ ਨਹੁੰ ਸੁੱਕਦੇ ਆ। ਮੈਂ ਡਾਕਟਰਾਂ ਨੂੰ ਬਥੇਰਾ ਕਹਿੰਦਾ ਰਿਹਾ ਵੀ ਨਹੁੰ ਸੁੱਕਦੇ ਆ, ਕੀ ਗੱਲ ਹੈ? ਕਹਿੰਦੇ ਇੱਦਾਂ ਹੀ ਹੁੰਦੇ, ਸੁੱਕਦੇ, ਕੋਈ ਖਾਸ ਗੱਲ ਨਹੀਂ, ਹਟ ਜਾਣਗੇ। ਉਹਨੇ ਮੈਨੂੰ 4 ਗੋਲੀਆਂ ਦਿੱਤੀਆਂ 60 ਰੁਪਏ 'ਚ। ਮੈਂ ਪਹਿਲਾਂ ਬਿਲਕੁਲ ਮੰਜੇ 'ਤੇ ਪਿਆ ਰਹਿੰਦਾ ਸੀ। 2 ਗੋਲੀਆਂ ਖਾਧੀਆਂ, ਮੈਂ ਤੀਜੀ ਗੋਲੀ ਖਾ ਲਈ 18 ਕੁ ਦਿਨਾਂ ਬਾਅਦ। ਮੈਂ ਆਏ ਹਫ਼ਤੇ ਗੋਲੀ ਲੈਣੀ ਸੀ, ਮੈਂ 18 ਦਿਨਾਂ ਬਾਅਦ ਸਰੀਰ ਉੱਠਣ ਲੱਗ ਗਿਆ ਮੇਰਾ, ਮੰਜੇ ਤੋਂ ਉੱਠ ਖੜਿਆ ਮੈਂ। ਅਤੇ ਮੈਂ ਡੇਰਾ ਰੂਮੀ ਸਾਹਿਬ ਭੁੱਚੋ ਕਲਾਂ ਗਿਆ, ਸ਼ਾਂਤੀ ਆਈ ਮਨ ਨੂੰ। ਖੂਨ ਵੀ ਵੱਧ ਗਿਆ, 8-9 ਗ੍ਰਾਮ ਹੋ ਗਿਆ, 8 ਗ੍ਰਾਮ। ਫਿਰ ਮੈਂ 2-4 ਗੋਲੀਆਂ ਹੋਰ ਖਾਧੀਆਂ ਜਦੋਂ, ਫਿਰ ਮੇਰਾ ਕੰਮ ਨੂੰ ਮਨ ਕਰਨ ਲੱਗ ਗਿਆ। ਫਿਰ ਮੈਂ 2010 ਦੇ 19 ਦੇ 10ਵੇਂ ਮਹੀਨੇ ਮੈਂ ਡੇਰਾ ਰੂਮੀ ਸਾਹਿਬ ਪੱਕੇ ਤੌਰ 'ਤੇ ਸੇਵਾ ਕਰਨ ਲੱਗ ਗਿਆ। ਅੱਜ ਕੱਲ੍ਹ ਬਿਲਕੁਲ ਸਹੀ ਹਾਂ। ਅੱਜ ਕੱਲ੍ਹ ਤੁਸੀਂ ਬਿਲਕੁਲ ਸਹੀ ਹੈਗੇ ਹੋ। ਅਤੇ ਜਿਹੜੀ ਲੇਖਕ ਦੀ ਕਲਮ ਹੁੰਦੀ ਹੈ, ਉਹ ਸਮਾਜ ਨੂੰ ਸਹੀ ਦਿਸ਼ਾ ਦਿੰਦੀ ਹੈ। ਜਿਹੜੇ ਕਲਾਕਾਰ ਹੁੰਦੇ ਨੇ, ਉਹ ਵੀ ਸਮਾਜ ਦਾ ਸ਼ੀਸ਼ਾ ਹੁੰਦੇ ਨੇ। ਜੋ ਸਮਾਜ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਉਹੀ ਉਸ ਘਟਨਾਵਾਂ ਨੂੰ ਬਿਆਨ ਕਰਦੇ ਨੇ। ਖੈਰ, ਜਿਹੜੇ ਮੁਕੱਦਮੇ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਉਸ ਤੋਂ ਬਾਅਦ ਜਿੰਨਾ ਤੁਹਾਡੇ ਨਾਲ ਬੀਤਿਆ ਹੈਗਾ, ਅਤੇ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਵੇਲੇ ਰਾਹ ਤੋਂ ਭਟਕ ਗਏ ਸੀ? ਨਹੀਂ, ਮੈਂ ਤਾਂ ਆਪਣੀ ਜਗ੍ਹਾ ਸਹੀ ਸੀਗਾ ਜੀ। ਜੇ ਹੁਣ ਅਗਲਾ ਬੰਦਾ ਹੀ, ਮੈਂ ਆਪਣੀ ਜਗ੍ਹਾ ਸਹੀ ਹੋਣਾ, ਜੇ ਅਗਲਾ ਦਾਰੂ ਪੀਤੇ ਐਕਸੀਡੈਂਟ ਅਗਲਾ ਵਿੱਚ ਮਾਰਦਾ ਲਿਆ ਕੇ, ਫਿਰ ਮੇਰਾ ਤਾਂ ਕੀ ਕਸੂਰ ਆ ਨਾ। ਉਹ ਤਾਂ ਉਹਨਾਂ ਦਾ ਮਤਲਬ ਮਨ ਹੀ ਆਪਣਾ ਹੀ ਬੇਈਮਾਨ ਹੋ ਗਿਆ ਵੀ ਇਹਨਾਂ ਨੂੰ ਅੰਦਰ ਅੜਾਵਾਂ ਮੈਂ। ਆਪਣਾ ਕੋਈ ਰੋਲ ਨਹੀਂ ਇਹਨਾਂ ਗੱਲਾਂ ਬਾਤਾਂ ਨਾਲ, ਲੜਾਈਆਂ ਪੜਾਈਆਂ ਨਾਲ ਬਿਲਕੁਲ ਹੀ ਨਾ ਹੀ ਕੋਈ ਰੋਲ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੇਗੁਨਾਹ ਸੀਗੇ? ਬਿਲਕੁਲ। ਕਿੰਨੇ ਸਾਲ ਜੇਲ੍ਹ ਸਜ਼ਾ ਕੱਟੀ ਤੁਸੀਂ? ਮੈਂ 7 ਸਾਲ ਕੱਟੀ ਹੈ ਜੀ। ਅੱਛਾ ਜੀ। ਅਤੇ ਆਪਣਾ ਕੋਈ ਰੋਲ ਨਹੀਂ, ਮੈਂ ਕਦੇ ਲੜਾਈ ਪੜਾਈ ਵਾਲੇ ਬੰਦਿਆਂ 'ਚ ਜਾਂਦਾ ਨਹੀਂ, ਮੈਂ ਕਿਸੇ ਇਕੱਠ-ਪੱਠ 'ਚ ਜਾਂਦਾ ਨਹੀਂ। ਉਸ ਹਾਦਸੇ ਨੂੰ ਲੈ ਕੇ, ਉਸ ਦੁਰਘਟਨਾ ਨੂੰ ਲੈ ਕੇ ਵੀ ਕੋਈ ਗੀਤ ਲਿਖਿਆ? ਹਾਂਜੀ, ਉਸੇ 'ਤੇ ਗੀਤ ਲਿਖਿਆ ਮੈਂ। ਮੇਜਰ ਰਸਤਾਨੀ ਦੀ ਆਵਾਜ਼ ਲਾਈ, ਜੀ। ਉਹਦਾ ਪਿੰਡ ਦਿਖਾਇਆ, ਉਹਦਾ ਪਿੰਡ ਵਾਲਿਆਂ ਵਾਲੀ ਹੈ, ਮੈਂ ਉਹਦਾ ਪਿੰਡ ਵੀ ਦਿਖਾਇਆ। ਫਿਰ ਕੀ ਗੀਤ ਦੇ ਬੋਲ ਕੇ? ਰਸਤਾਨੀ ਦਾ ਗੀਤ ਸੀਗਾ ਜੀ, ਜ਼ਿੰਮੇਵਾਰ ਤੂੰ ਵੈਰ ਨੇ। ਮੈਂ ਕੋਈ ਜਾਣ ਕੇ ਤਾਂ ਨਹੀਂ ਲਿਖਿਆ, ਵੈਸੇ ਕੁਦਰਤੀ ਲਿਖੀ ਗਈ ਗੱਲ ਇਹ। ਮੈਂ ਆਪਣਾ ਕੋਈ ਗੁੱਸਾ ਨਹੀਂ ਉਹਨਾਂ ਨਾਲ, ਕੋਈ ਆਪਾਂ ਨੂੰ ਮਤਲਬ ਨਹੀਂ ਹੈਗਾ, ਕਿਉਂ ਮੇਰੀਆਂ ਹੀ ਭਤੀਜੀਆਂ ਨੇ, ਉਹ ਮੇਰੀਆਂ ਹੀ ਭਤੀਜੀਆਂ। ਆਪਣਾ ਕੋਈ ਉਹਨਾਂ ਨਾਲ ਮਤਲਬ ਹੀ ਨਹੀਂ ਹੈਗਾ ਵੀ ਆਪਾਂ ਮਾੜਾ ਚੰਗਾ ਕਦੇ ਸੋਚਿਆ ਹੀ ਨਹੀਂ। ਚੱਲ ਜਿਹੜਾ ਹੋ ਗਿਆ ਹੋ ਗਿਆ, ਮੈਂ ਅੱਗੇ ਦੀ ਗੱਲ ਨਹੀਂ ਕਰਦਾ ਕੋਈ ਵੀ। ਉਹਦਾ ਮੁੰਡਾ ਮਿਲਟਰੀ 'ਚ ਵਗ ਗਿਆ, ਵਧੀਆ ਹੋ ਗਿਆ। ਉਹਦੀਆਂ ਲੜਕੀਆਂ ਵਿਆਹੀਆਂ ਗਈਆਂ ਵਧੀਆ ਘਰੇ, ਮਿਲਟਰੀ 'ਚ ਜਵਾਨਾਂ ਨੂੰ ਵਿਆਹੀਆਂ, ਨੌਜਵਾਨਾਂ ਨੂੰ। ਆਪਾਂ ਤਾਂ ਖੁਸ਼ੀ ਮਨਾਈਏ ਵੀ ਚੱਲ ਠੀਕ ਹੈ। ਮਤਲਬ ਤੁਹਾਡੀ ਰਿਸ਼ਤੇਦਾਰੀ ਦੀ ਕਿਸੇ? ਹਾਂ, ਮਾਮੇ ਦੀ ਲੜਕੀ ਸੀ ਮੇਰੇ ਦੀ। ਅੱਛਾ ਜੀ। ਮੈਂ ਚਲੋ ਕੋਈ ਗੱਲ ਨਹੀਂ, ਆਪਾਂ ਨੂੰ ਸਾਡੀਆਂ ਭਤੀਜੀਆਂ ਤੇ ਸਾਡੀਆਂ ਲੜਕੀਆਂ ਦੇ ਵਿੱਚ ਕੋਈ ਫਰਕ ਹੈ? ਅਸੀਂ ਨਹੀਂ ਸੋਚਦੇ, ਚੱਲ ਜੋ ਕਰ ਗਈ, ਸਾਨੂੰ ਇਹਨਾਂ ਗੱਲਾਂ ਮਤਲਬ ਹੀ ਕੋਈ ਨਹੀਂ। ਠੀਕ ਹੈ, ਚਲੋ ਕੀ ਬੋਲ ਲਿਖੇ ਤੁਸੀਂ? ਮੇਰੇ ਬਾਪ ਨੇ ਰਿਸ਼ਤਾ ਕਰਾਇਆ ਸੀਗਾ ਜੀ ਉਹਦਾ, ਜੀ, ਆਪਦੇ ਭਾਈ ਦੇ ਮੁੰਡੇ ਨੂੰ। ਅਤੇ ਫਿਰ ਉਹ ਗੀਤ ਮੈਂ ਤਾਂ ਕੁਦਰਤੀ ਲਿਖਿਆ, ਕੋਈ ਮੈਂ ਜਾਣ ਕੇ ਨਹੀਂ ਲਿਖਿਆ ਹੈਗਾ ਵੀ ਮੈਂ ਜਾਣ ਕੇ ਲਿਖਿਆ। ਦਾਗ ਲਾਇਆ ਪੱਗ ਨੂੰ ਤੂੰ ਮੇਰੇ ਬਾਪ ਦੀ, ਦਾਗ ਲਾਇਆ ਪੱਗ ਨੂੰ ਤੂੰ ਮੇਰੇ ਬਾਪ ਦੀ। ਸਾਡੇ ਸਹੁਰਿਆਂ ਦਾ ਪਿੰਡ ਰਾਹੇ ਪੇਕਿਆਂ ਦੇ ਲੱਗੇ ਮੈਨੂੰ ਇੰਜ ਜਾਪਦੀ, ਇੰਜ ਜਾਪਦੀ। ਮੈਂ ਤਾਂ ਸੁਣਿਆ ਸੀ ਤੇਰਾ ਪਿੰਡ ਵਾਲਿਆਂ ਵਾਲੀ ਨੀ, ਜਿਹਨੂੰ ਲੋਕੀ ਅੱਜ ਕਹਿੰਦੇ ਸ਼ਹਿਰ ਨੇ, ਨੀ ਜਿਹਨੂੰ ਲੋਕੀ ਅੱਜ ਕਹਿੰਦੇ ਸ਼ਹਿਰ ਨੇ। ਤਾਨੇ ਰਹੇ ਨੇ ਸ਼ਰੀਕੇ ਵਾਲੇ ਮਾਰ, ਨੀ ਜ਼ਿੰਮੇਵਾਰ ਤੂੰ ਵੈਰ ਨੇ। ਤਾਨੇ ਰਹੇ ਨੇ ਸ਼ਰੀਕੇ ਵਾਲੇ ਮਾਰ, ਨੀ ਜ਼ਿੰਮੇਵਾਰ ਤੂੰ ਵੈਰ ਨੇ। ਬਾਪ ਮੇਰੇ ਨੇ ਵੀ ਚੰਗਾ ਨਾ ਕੀਤਾ, ਨੀ ਤੇਰੀਆਂ ਦਵਾ ਕੇ 4 ਚੰਦ ਲਾਵਾਂ ਨੂੰ, ਨੀ ਤੇਰੀਆਂ ਦਵਾ ਕੇ 4 ਚੰਦ ਲਾਵਾਂ ਨੂੰ। ਤੂੰ ਤਾਂ ਮਿੱਟੀ 'ਚ ਰਲਾ ਕੇ ਰੱਖਤਾ ਨੀ ਵੈਰ ਨੇ, ਮੇਰੇ ਦਿਲ ਦੀਆਂ ਚਾਵਾਂ ਨੂੰ। ਰੋਲ ਤੇ ਨੀ ਵਿੱਚ ਕੋਰਟਾਂ ਦੇ ਸਾਡੇ ਤੂੰ ਸਕੂਲੀ ਬੱਚੇ, ਨੀ ਤੇਰੇ ਨੀ ਖਿਲਾਰੇ ਜ਼ਹਿਰ ਨੇ, ਨੀ ਤੇਰੇ ਨੀ ਖਿਲਾਰੇ ਜ਼ਹਿਰ ਨੇ। ਤਾਨੇ ਰਹੇ ਨੇ ਸ਼ਰੀਕੇ ਵਾਲੇ ਮਾਰ, ਨੀ ਜ਼ਿੰਮੇਵਾਰ ਤੂੰ ਵੈਰ ਨੇ, ਨੀ ਜ਼ਿੰਮੇਵਾਰ ਤੂੰ ਵੈਰ ਨੇ। ਤੇਰੇ ਹੱਕ 'ਚ ਭੁਗਤਿਆ ਨੀ ਸਾਰਾ, ਨੀ ਮੇਰਾ ਸਿਮ ਪਿੰਡ ਨੀ।
ਭਾਵੇਂ ਮੈਨੂੰ ਇਸ ਕਹੇ ਅਗਰਵਾਲ ਫਾਂਸੀ ਬੋਲਦੇ ਨਹੀਂ, ਮੈਂ ਵੀ ਤਾਂ ਪਗਾਉਣੀ ਹਿੰਡਨੀ। ਤੇਰੇ ਹੱਕ ਚ ਭੁਗਤਿਆ ਨਹੀਂ ਸਾਰਾ ਨੀ ਮੇਰਾ ਸੇਮਾ ਪਿੰਡ ਨੀ। ਭਾਵੇਂ ਮੈਨੂੰ ਸੈਂਸ ਨੂੰ ਫਾਂਸੀ ਬੋਲਦੇ, ਮੈਂ ਵੀ ਤਾਂ ਪਗਾਉਣੀ ਹਿੰਡਨੀ। ਰੱਖ ਤੇ ਉਜਾੜ ਕੇ ਨਹੀਂ ਅਸੀਂ ਤਾਂ ਤੇਰੇ ਨੀ ਕਮਾਏ ਕਰਨੇ, ਤੇਰੇ ਨੀ ਕਮਾਏ ਕਰਨੇ। ਤਾਨੇ ਰਹੇ ਨੇ ਸ਼ਰੀਕੇ ਵਾਲੇ ਮਾਰ ਨੀ ਜ਼ਿੰਮੇਵਾਰ ਤੂੰ ਵਰਨੇ, ਨੀ ਜ਼ਿੰਮੇਵਾਰ ਤੂੰ ਵਰਨੇ। ਮੈਂ ਵੀ ਬਹੁਤ ਕੱਟੀਆਂ ਪੈਰੋਲ ਨੀ, ਹੁਣ ਆਇਆ ਆਉਣ ਵੇਲ ਨੀ। ਜਿਨ੍ਹਾਂ ਦੇ ਮੁਕੱਦਰਾਂ ਨੂੰ ਹੋਈ ਹੋਵੇ ਕੈਦ ਕਾਹੇ ਚੰਦਰਾ, ਸਮਾਜ ਸਾਡਾ ਕੋਈ ਮੇਲ ਨੀ, ਸਾਡਾ ਕੋਈ ਮੇਲ ਨੀ। ਭੁੱਲ ਗਏ ਜੀ ਬਸ। ਸੋ ਕਿਉਂਕਿ ਤੁਸੀਂ ਆਪਣੇ ਜਿਹੜਾ ਤੁਹਾਡੇ ਨਾਲ ਘਟਨਾ ਵਾਪਰੀ, ਦੁੱਖ ਵਾਪਰਿਆ, ਉਸ ਨੂੰ ਲੈ ਕੇ ਗੀਤ ਬਿਆਨ ਕੀਤਾ, ਬਹੁਤ ਕੁਝ ਤੁਸੀਂ ਬਿਆਨ ਕਰ ਗਏ ਹੈਗੇ ਹੋ। ਤੇ ਜ਼ਿੰਦਗੀ ਦੇ ਵਿੱਚ ਕੋਈ ਗਿਲਾ ਤੁਹਾਨੂੰ? ਕਿਵੇਂ ਸਰ? ਜ਼ਿੰਦਗੀ ਦੇ ਵਿੱਚ ਕੋਈ ਗਿਲਾ ਹੈਗਾ ਕਿ ਹਰ ਇੱਕ ਇਨਸਾਨ ਨੂੰ ਹੁੰਦਾ ਕਿ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਕਿ ਅਮੀਰੀ ਗਰੀਬੀ ਦਾ ਜਿਹੜਾ ਪਾੜਾ ਹੈਗਾ ਇਹ ਕੋਈ ਬਾਹਲਾ ਵੱਡਾ ਪਾੜਾ ਨਹੀਂ ਹੈਗਾ, ਤੇ ਸ਼ਾਂਤੀ ਚਾਹੀਦੀ ਹੁੰਦੀ ਹੈ, ਉਹ ਇੱਕ ਕਮਰੇ ਦੇ ਵਿੱਚ ਹੀ ਮਿਲ ਸਕਦੀ ਹੈ ਬੰਦਾ ਇਨਸਾਨੀ ਦਾ। ਫਿਰ ਵੀ ਇਨਸਾਨ ਨੂੰ ਕੋਈ ਨਾ ਕੋਈ ਗਿਲਾ ਹੁੰਦਾ ਹੈ। ਜਿਵੇਂ ਤੁਹਾਡੇ ਟੈਲੈਂਟ ਹੈਗਾ, ਬਹੁਤ ਸਾਰੇ ਬੱਚੇ ਕਹਿੰਦੇ ਨੇ ਸਾਡੇ ਟੈਲੈਂਟ ਸੀਗਾ, ਉਸ ਟੈਲੈਂਟ ਨੂੰ ਬਜ਼ੁਰਗਾਂ ਨੇ ਅੱਗੇ ਨਿਖਾਰ ਨਹੀਂ ਸਕੇ, ਜਾਂ ਸਾਨੂੰ ਪੜ੍ਹਾ ਨਹੀਂ ਸਕੇ, ਜਾਂ ਸਾਨੂੰ ਕਾਰੋਬਾਰ ਨਹੀਂ ਕਰਵਾ ਸਕੇ ਜੋ ਅਸੀਂ ਬਣਨਾ ਚਾਹੁੰਦੇ ਸੀ। ਇੱਦਾਂ ਦਾ ਕੋਈ ਜਾਂ ਕਿਸੇ ਘਟਨਾ ਨੂੰ ਲੈ ਕੇ ਕੋਈ ਮਨ ਦੇ ਵਿੱਚ ਅੱਜ ਵੀ ਗਿਲਾ ਹੈ? ਦੇਖੋ ਜੀ, ਮੈਂ ਮੈਟ੍ਰਿਕ ਕੀਤੀ ਹੈ ਜਦੋਂ, ਮੈਂ 1991 ਚ ਪੰਜਾਬ ਪੁਲਿਸ 'ਚ ਭਰਤੀ ਹੋ ਗਿਆ ਸੀਗਾ। ਪੰਜਾਬ ਪੁਲਿਸ ਵਿੱਚ ਵੀ ਤੁਸੀਂ? ਹਾਂ, ਭਰਤੀ ਹੋ ਗਿਆ ਸੀ ਮੈਂ। ਹੁਣ ਤਾਂ ਪੱਗ ਮੈਂ ਪਤਾ ਨਹੀਂ ਕਹੇ ਜੀ ਵੱਜੀ ਹੈ, ਜਟਾਂ ਕਰਕੇ ਪੱਗ ਵੱਜਦੀ ਨਹੀਂ ਹੈਗੀ ਹੁਣ। ਪੱਗ ਮੈਂ ਬਹੁਤ ਸੋਹਣੀ ਬੰਨ੍ਹਦਾ ਹੁੰਦਾ ਸੀ। ਮੈਂ ਫਿਰੋਜ਼ਪੁਰ ਲਾਈਨ ਦੇ ਵਿੱਚ ਪੱਗ ਬੰਨ੍ਹਣਾ ਸਿਖਾਉਂਦਾ ਹੁੰਦਾ ਸੀ ਮੁੰਡਿਆਂ ਨੂੰ। ਮੈਂ ਲਾਏ ਤਾਂ 2-3 ਮਹੀਨੇ ਹੀ, ਜ਼ਿਆਦਾ ਟਾਈਮ ਲਾਇਆ। ਤੇ ਮੇਰੇ ਬਜ਼ੁਰਗ ਨੇ ਮੈਨੂੰ ਹਟਾਤਾ, ਬਈ ਜਾਣਾ ਨਹੀਂ, ਕਹਿੰਦਾ। ਮੇਰੀ ਉਮਰ ਛੋਟੀ ਸੀ, 19 ਸਾਲ ਦੀ ਉਮਰ ਸੀ, ਕਹਿੰਦਾ ਨਹੀਂ ਜਾਣਾ, ਮੈਂ ਨਹੀਂ ਜਾਣਾ। ਪੰਜਾਬ ਪੁਲਿਸ 'ਚ ਭਰਤੀ ਹੋ ਗਿਆ ਸੀ ਮੈਂ, ਤੇ ਇਹਨੇ ਹਟਾਤਾ। ਫਿਰ ਜਦੋਂ ਗਿਲਾ ਸ਼ਿਕਵਾ ਤਾਂ ਹੁਣ ਆਏ ਆ ਜੀ, ਮਤਲਬ ਵੀ ਪੈਸਾ ਕਰਜ਼ਾ ਬਹੁਤ ਸੀਗਾ, 70 ਲੱਖ ਰੁਪਏ ਕਰਜ਼ਾ ਸੀਗਾ, ਜਿਹਦੇ ਵਿੱਚੋਂ 17 ਲੱਖ ਰੁਪਏ ਬਾਕੀ ਰਹਿੰਦਾ ਹੈ। ਤੇ ਮੈਂ ਅਖਬਾਰ ਪੜ੍ਹਦਾ, ਰੋਜ਼ ਦੇਖਦਾ ਗਾ, ਲੋਕੀ ਕਹਿੰਦੇ ਜੀ 5-7 ਲੱਖ ਰੁਪਇਆ ਕਰਜ਼ਾ ਸੀ, ਬੰਦਾ ਫਾਹਾ ਲੈ ਗਿਆ। ਮੈਂ ਕਹਿੰਦਾ ਵੀ 5-7 ਲੱਖ ਵੱਡਾ ਹੋ ਗਿਆ ਕਿ 84 ਲੱਖ ਜੂਨ ਵੱਡੀ ਹੈ? 84 ਲੱਖ ਜੂਨ ਭੁਗਤ ਕੇ ਹੀਰਾ ਜਨਮ ਮਿਲਿਆ ਸਾਨੂੰ, ਤੇ 5-7 ਲੱਖ ਪਿੱਛੇ ਸੰਸਾਰ ਛੱਡ ਰਹੇ ਹੋ ਤੁਸੀਂ। ਮੈਂ ਕਹਿੰਦਾ ਮੈਂ ਬਰੇ ਝੰਜੜਾ ਵਿੱਚ ਦੀ ਟੱਪ ਗਿਆ, 17 ਲੱਖ ਰੁਪਇਆ ਮੇਰਾ ਬੈਂਕ ਦਾ ਅੱਜ ਮੈਂ ਲੈਂਡਮਾਰਕ ਦਾ ਦੇਣਾ ਹੈ। ਤੇ ਜੇ ਬੈਂਕ ਵਾਲੇ ਆ ਵੀ ਜਾਂਦੇ, ਮੈਂ ਕਦੇ ਐ ਨਹੀਂ ਕਿ ਮੈਂ ਭੱਜ ਜਾਂਦਾ ਜਾਂ ਮੈਂ ਇੱਧਰ ਮਾਰ ਕੇ ਖੜਦਾ, ਕੋਈ ਗੱਲ ਨਹੀਂ, ਦੇਵਾਂਗੇ। ਕੈਪਟਨ ਸਰਕਾਰ ਨੇ ਤਾਂ ਚਲੋ, ਮੈਂ ਤਾਂ ਨਹੀਂ ਮੰਨਦਾ ਵੀ ਕਰਜ਼ੇ ਮਾਫ ਹੋ ਜਾਣਗੇ, ਕਿਉਂਕਿ ਕਿਸੇ ਇੱਕ ਘਰ ਦੀ ਕਬੀਲਦਾਰੀ ਆਊਟ ਹੋ ਜੇ ਨਾ, ਉਹ ਵੀ 5-7 ਸਾਲ ਸਹੀ ਨਹੀਂ ਹੁੰਦੀ। ਪੂਰੇ ਪੰਜਾਬ ਦੀ ਕਬੀਲਦਾਰੀ ਆਊਟ ਹੋਈ, ਕਿੱਥੋਂ ਸੈੱਟ ਹੋ ਜੂਗੀ ਜੀ? ਇਹ ਤਾਂ ਜਿਹੜੇ ਲੋਕ ਭਰਦੇ ਸੀ ਉਹ ਵੀ ਹਟ ਗਏ। ਮੈਂ ਬੈਂਕ ਵਾਲੇ ਵੀ ਕਹਿੰਦੇ ਹੁੰਦੇ ਆ ਜੀ, ਜਿਹੜੇ ਭਰਦੇ ਸੀ ਉਹ ਵੀ ਹਟ ਗਏ। ਸੱਚੀ ਗੱਲ ਹੈ। ਕਰਜ਼ੇ ਦਾ ਕਿੱਥੋਂ ਮਾਫ ਕਰ ਦਾਂਗੇ ਜੀ? ਮੈਂ ਮੋਟਰਸਾਈਕਲ ਲਿਆ ਸੀ ਬਜਾਜ ਵਾਲਿਆਂ ਤੋਂ ਜੀ। ਤੇ ਮੈਂ 18 ਕਿਸ਼ਤਾਂ 13 ਕਿਸ਼ਤਾਂ ਦੇ ਦਿੱਤੀਆਂ, 5 ਕਰੇਂਦੀਆਂ ਨੇ। ਮੈਂ ਉਹ ਵੀ ਦੇ ਦੂੰਗਾ, ਮੈਨੂੰ ਕਾਪੀ ਨੰਬਰ ਤਾਂ ਦਿਓ। ਮੈਨੂੰ ਅੱਜ ਤੱਕ ਕਾਪੀ ਨੰਬਰ ਨਹੀਂ ਦਿੱਤਾ ਉਹਨਾਂ ਨੇ। ਅੱਛਾ ਜੀ। ਟ੍ਰੈਫਿਕ ਘੇਰ ਦੀ ਕਾਪੀ ਨੰਬਰ ਮੈਂ ਐਸਐਸਪੀ ਤੱਕ ਵੀ ਮਿਲ ਲਿਆ, ਕੋਈ ਪੁੱਛਦਾ ਹੀ ਨਹੀਂ ਹੈਗਾ। ਹੁਣ ਪੁਲਿਸ ਟ੍ਰੈਫਿਕ ਆਪਦੀ ਜਗ੍ਹਾ ਸਹੀ ਹੈ, ਉਹ ਕਹਿੰਦੇ ਸਾਨੂੰ ਤਾਂ ਕਾਪੀ ਨੰਬਰ ਲਿਆ। ਮੈਂ ਬਾਹਰ ਨਹੀਂ ਨਿਕਲਦਾ ਹੁਣ, ਮੈਂ ਤਾਂ ਡੇਰਾ ਸਾਹਿਬ ਤੱਕ ਹੀ ਜਾਂਦਾ ਹੈਗਾ ਵੀ ਮੈਂ ਕਿਹਦੇ ਨਾਲ ਲੜਾਂ। ਪੁਲਿਸ ਦਾ ਨਾ ਤਾਂ ਥਾਣਾ ਸੁਣਦਾ, ਨਾ ਕੋਈ ਐਸਐਸਪੀ ਸੁਣਦਾ। ਜੇ ਬਾਹਰ ਨਿਕਲਦਾ ਟ੍ਰੈਫਿਕ ਘੇਰਦੀ ਹੈ। ਮੈਂ ਤਾਂ ਕਿਹਾ ਵੀ ਇਹ ਵੀ ਸਕੂਟਰ ਰੱਖ ਲਓ ਭਰਾਵਾ, ਹੋਰ ਤਾਂ ਕੋਈ ਹੱਲ ਹੀ ਨਹੀਂ ਹੁਣ। ਉਹ ਕਹਿੰਦੇ ਫੜ ਕੇ ਬੰਦ ਕਰ, ਵੀ ਪੁਲਿਸ ਤਾਂ ਬੰਦ ਕਰ ਦੂਗੀ, ਐਡੀ ਕੋਈ ਗੱਲ ਨਹੀਂ ਹੈਗੀ, ਪਰ ਨੁਕਸਾਨ ਤਾਂ ਮੇਰਾ ਹੀ ਹੈ। ਮੈਂ 45,000 ਭਰੀ ਬੈਠਾਂਗਾ। ਪਰ ਉਹ ਕੈਨੇਡਾ ਭੱਜ ਕੇ ਠੱਗੀਆਂ ਮਾਰ ਕੇ, ਇਕੱਲਾ ਮੈਂ ਹੀ ਨਹੀਂ, ਮੈਂ 5500 ਰੁਪਏ ਕਾਪੀ ਦਿੱਤਾ, 3000 ਦੇ ਹਿਸਾਬ ਨਾਲ ਮੈਂ 13 ਕਿਸ਼ਤਾਂ ਭਰੀਆਂ। ਕੋਈ ਇਹ ਤਾਂ ਹੈ ਨਹੀਂ ਮੈਂ 500 ਰੁਪਏ ਦੇ ਕੇ ਮੋਟਰਸਾਈਕਲ ਚੱਕ ਲਿਆ, ਨਹੀਂ, 5500 ਰੁਪਏ ਬਕਾਇਦਾ ਕਾਪੀ ਦਿੱਤਾ। ਉਹ ਭੱਜ ਕੇ, ਇਕੱਲਾ ਮੈਂ ਹੀ ਨਹੀਂ, ਹਜ਼ਾਰਾਂ ਮੋਟਰਸਾਈਕਲ ਨੇ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਤੋਂ ਪੈਸੇ ਵੀ ਲੈ ਲਏ, ਕਿਸ਼ਤਾਂ ਵੀ ਦੇ ਰਹੇ ਹੈ, ਕਾਪੀ ਨੰਬਰ ਕੋਈ ਨਹੀਂ, ਕਾਪੀ ਨੰਬਰ ਡੱਕਾ ਹੀ ਨਹੀਂ। ਦੇਖੋ ਸਾਡਾ ਪੰਜਾਬ, ਕੀ ਬਾਤ ਹੈ। ਸੋ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਤੇ ਮੈਂ ਤੁਹਾਡੇ ਤੋਂ ਜਾਂਦੇ ਜਾਂਦੇ ਇਹ ਜਾਣਨਾ ਜ਼ਰੂਰ ਚਾਹਾਂਗਾ, ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਨੇ, ਸਾਡੇ ਦੇਸ਼ ਵਿਦੇਸ਼ਾਂ ਵਿੱਚ ਜਿਹੜੇ ਦਰਸ਼ਕ ਬੈਠੇ ਨੇ, ਤੇ ਤੁਹਾਡੀ ਕਲਮ ਦੇ ਵਿੱਚ ਵੀ ਦਮ ਹੈ, ਆਵਾਜ਼ ਵਿੱਚ ਵੀ ਦਮ ਹੈ। ਤੇ ਜਿਹੜੇ ਸਾਡੇ ਦਰਸ਼ਕ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਣ ਤੇ ਸੰਪਰਕ ਕਰਨਾ ਚਾਹਣ ਤਾਂ ਕਿਹੜੇ ਨੰਬਰ ਤੇ ਕਰ ਸਕਦੇ ਨੇ? ਤਾਂ ਮੈਂ ਆਪਣੇ ਦਰਸ਼ਕਾਂ ਨੂੰ ਨੰਬਰ ਲਿਖਵਾ ਦੇਣਾ ਚਾਹੁੰਦਾ ਇਹਨਾਂ ਦਾ, 88 37 68 14 25। ਇੱਕ ਵਾਰ ਮੈਂ ਰਿਪੀਟ ਕਰ ਦਿੰਦਾ, ਦੁਬਾਰਾ ਨੋਟ ਕਰ ਲਿਓ ਤੁਸੀਂ, 88 37 68 14 25।
ਜੇ ਕੋਈ ਦਰਸ਼ਕ ਸਾਡਾ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਤੁਸੀਂ ਇਸ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਸੋ ਚਮਕੌਰ ਸਿੱਧੂ ਜੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਹਮਦਰ ਟੀਵੀ ਵਾਲੇ ਸਾਡੇ ਪਿੰਡ ਆਏ, ਜੀ ਜੀ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਮੇਰੀ ਪਹਿਚਾਣ ਬਣਾਈ ਚਾਹੀ। ਬਾਕੀ ਦੇਸ਼ ਵਿਦੇਸ਼ ਵਿੱਚ NR ਵੀਰ ਜੋ ਵੀ ਹਰ ਕਰਮ ਧਰਮ ਜੋ ਵੀ ਕਿਸੇ ਵੀ ਹਰ ਪ੍ਰਕਾਰ ਨਾਲ ਸਿੱਖ ਜਗਤ ਜੋ ਵੀ ਹੈ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਜੀ ਆਇਆਂ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਦਰਸ਼ਕੋ, ਇਹ ਸਨ ਚਮਕੌਰ ਸਿੱਧੂ ਜੀ ਤੇ ਪੁੱਚੋ ਤੋਂ ਥੋੜੀ 4 ਕਿਲੋਮੀਟਰ ਦੀ ਦੂਰੀ ਉੱਤੇ ਇਹਨਾਂ ਦਾ ਪਿੰਡ ਪੈਂਦਾ ਹੈ ਸੇਮੇ ਪਿੰਡ, ਸੇਮਾ ਕਲਾਂ ਪਿੰਡ। ਤੇ ਸੇਮਾ ਕਲਾਂ ਪਿੰਡ ਪੈਂਦਾ, ਉੱਥੇ ਇਹ ਰਹਿੰਦੇ ਹੈਗੇ ਨੇ। ਤੇ ਤੁਸੀਂ ਇਹਨਾਂ ਦੀ ਆਵਾਜ਼ ਵੀ ਸੁਣੀ, ਗੀਤ ਵੀ ਸੁਣੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦਾ ਜਿਹੜਾ ਟੈਲੈਂਟ ਹੈਗਾ ਉਹ ਪਸੰਦ ਆਇਆ ਹੋਵੇਗਾ। ਅਸੀਂ ਹੋਰ ਵੀ ਜਿਹੜੇ ਟੈਲੈਂਟਡ ਲੋਕ ਨੇ ਉਹਨਾਂ ਨੂੰ ਵੀ ਸਮੇਂ-ਸਮੇਂ ਤੁਹਾਡੇ ਰੂਬਰੂ ਕਰਵਾਉਂਦੇ ਰਵਾਂਗੇ। ਹੁਣ ਮੈਨੂੰ ਅਮਨ ਮੋਹਨ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।